ਗੁਰਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਗੁਰਸਿੱਖ ਲਫ਼ਜ਼ ਹੈ ਜਿਹੜਾ, ਇਹ ਭੈਣ ਭਰਾ ਵਾਸਤੇ ਸਾਂਝਾ ਹੈ, ਕਿਉਂਕਿ ਦੱਸਣਾ ਪੈਂਦਾ ਹੈ। ਭੈਣ ਵੀ ਗੁਰਸਿੱਖ ਹੈ, ਭਾਈ ਵੀ ਗੁਰਸਿੱਖ ਹੈ। ਗੁਰਸਿੱਖ ਲਫ਼ਜ਼ ਦਾ ਇਸਤਰੀਵਾਚਕ ਨਹੀਂ ਹੁੰਦਾ, ਭਾਵ ਕਿ ਗੁਰਬਾਣੀ ਵਿੱਚ ਕਿਤੇ ਵੀ ਗੁਰ ਸਿੱਖਣੀ ਲਫ਼ਜ਼ ਨਹੀਂ ਆਇਆ। ਜਿਸ ਤਰ੍ਹਾਂ ਕਿ ਖਾਲਸਾ ਲਫ਼ਜ਼ ਦਾ ਇਸਤਰੀਵਾਚਕ ਨਹੀਂ ਹੁੰਦਾ। ਖਾਲਸਾ ਲਫ਼ਜ਼ ਇਸਤਰੀ ਪੁਰਸ਼ ਵਾਸਤੇ ਸਾਂਝਾ ਹੈ। ਭੈਣ ਵੀ ਗੁਰੂ का ਖਾਲਸਾ ਹੈ, ਭਾਈ ਵੀ ਗੁਰੂ का ਖਾਲਸਾ ਹੈ। ਗੱਲ ਸਮਝ ਆ ਗਈ ਨਾ, ਵੀ ਇਹ ਨਹੀਂ ਵੀ ਭੈਣ ਖਾਲਸੀ ਹੈ, ਖਾਲਸੀ ਲਫ਼ਜ਼ ਹੀ ਨਹੀਂ ਹੁੰਦਾ। ਖਾਲਸਾ ਲਫ਼ਜ਼ ਦਾ ਇਸਤਰੀਵਾਚਕ ਨਹੀਂ ਹੁੰਦਾ। ਸੋ ਇਹ ਮੁੱਢਲੀ ਜਾਣਕਾਰੀ ਦੇਣੀ ਪੈਂਦੀ ਹੈ, ਇਹਨੂੰ ਮੁੱਢਲੀ ਜਾਣਕਾਰੀ ਸਮਝ ਲਿਓ। ਤਾਂ ਤੇ ਏਦਾਂ ਹੁਣ ਭਾਈ ਗੁਰਦਾਸ ਜੀ ਇਹ ਨਕਸ਼ਾ ਦਿੰਦੇ ਨੇ ਵੀ ਗੁਰੂ ਦੇ ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਇਹ ਅਲੱਗ ਗੱਲ ਹੈ ਵੀ ਕਈ ਵਾਰੀ ਉਪਦੇਸ਼ ਦਿੰਦੇ ਹੋਏ ਕਈ ਵਾਰੀ ਭਾਈ ਨੂੰ ਸੰਬੋਧਨ ਕਰ ਦਿੰਦੇ ਆ। ਮੰਨ ਲਓ ਕੋਈ ਵਚਨ ਭਾਈ ਨੂੰ ਸੰਬੋਧਨ ਕਰਕੇ ਕਿਹਾ, ਉਸ ਵਚਨ ਦੀ ਸਿੱਖਿਆ ਭੈਣ ਨੇ ਵੀ ਲੈਣੀ ਹੁੰਦੀ ਹੈ। ਮੰਨ ਲਓ ਕਈ ਵਾਰ ਕੋਈ ਵਚਨ ਹੁੰਦਾ ਗੁਰਬਾਣੀ ਵਿੱਚ ਭੈਣ ਨੂੰ ਸੰਬੋਧਨ ਕਰਕੇ ਕਿਹਾ, ਇਸਤਰੀ ਨੂੰ ਕਹਿ ਲਓ ਸੰਬੋਧਨ ਕਰਕੇ ਕਿਹਾ, ਉਸ ਵਚਨ ਤੋਂ ਸਿੱਖਿਆ ਭਾਈ ਨੇ ਵੀ ਲੈਣੀ ਹੁੰਦੀ ਹੈ। ਇਹ ਅਲੱਗ ਗੱਲ ਹੈ ਵੀ ਸਿੱਖਿਆ ਦਿੰਦੇ ਹੋਏ ਕਈ ਵਾਰ ਭਾਈ ਨੂੰ ਸੰਬੋਧਨ ਕਰ ਦਿੱਤਾ ਜਾਂਦਾ ਹੈ, ਕਈ ਵਾਰ ਭੈਣ ਨੂੰ ਸੰਬੋਧਨ ਕਰ ਦਿੱਤਾ ਜਾਂਦਾ ਹੈ, ਪਰ ਉਪਦੇਸ਼ ਇਸਤਰੀ ਪੁਰਸ਼ ਵਾਸਤੇ ਸਾਂਝਾ ਹੁੰਦਾ ਹੈ। ਤਾਂ ਤੇ ਹਾਂਜੀ, ਆਓ ਗੁਰਸਿੱਖ ਦੇ ਜੀਵਨ ਦਾ ਜੋ ਨਕਸ਼ਾ ਦਿੱਤਾ ਭਾਈ ਗੁਰਦਾਸ ਜੀ ਨੇ, ਹੁਣ ਆਪਾਂ ਇੱਕ ਇੱਕ ਪੰਗਤੀ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਪੂਰੀ ਪੌੜੀ ਦਾ ਗਾਇਨ ਹੋ ਚੁੱਕਿਆ, ਇੱਕ ਵਾਰੀ ਹੋਰ ਪੜ੍ਹ ਦੇਵਾਂ ਤਾਂ ਕਿ ਜਿਹੜੀ ਸੰਗਤ ਲੇਟ ਆਈ ਹੈ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਕੀ ਵਿਚਾਰ ਸ਼ੁਰੂ ਹੋਈ ਹੈ। ਹੁਣ ਆਪਾਂ ਇਸ ਪੌੜੀ ਦੀ ਵਿਚਾਰ ਕਰਾਂਗੇ। ਇੱਕ ਵਾਰੀ ਮੈਂ ਪਾਠ ਕਰ ਦੇਵਾਂ, ਕਿਉਂਕਿ ਪਹਿਲਾਂ ਆਪਾਂ ਗਾ ਤਾਂ ਚੁੱਕੇ ਹਾਂ। ਹਾਉ ਤੇ ਸਕੋਲ ਘੁਮਾਇਆ, ਗੁਰਮਤਿ ਹਿਰਦੈ ਗਰੀਬੀ ਆਵੈ। ਹਾਉ ਤੇ ਸਕੋਲ ਘੁਮਾਇਆ, ਪਰ ਨਾਰੀ ਦੇ ਨੇੜ ਨਾ ਜਾਵੈ। ਹਾਉ ਤੇ ਸਕੋਲ ਘੁਮਾਇਆ, ਪਰ ਦਰਵੈ ਨੂੰ ਹੱਥ ਨਾ ਲਾਵੈ। ਹਾਉ ਤੇ ਸਕੋਲ ਘੁਮਾਇਆ, ਪਰ ਨਿੰਦਾ ਸੁਣ ਆਪ ਹਟਾਵੈ। ਹਾਉ ਤੇ ਸਕੋਲ ਘੁਮਾਇਆ, ਸਤਿਗੁਰ ਦਾ ਉਪਦੇਸ਼ ਕਮਾਵੈ। ਹਾਉ ਤੇ ਸਕੋਲ ਘੁਮਾਇਆ, ਥੋੜਾ ਸਵੈ ਥੋੜਾ ਹੀ ਖਾਵੈ। ਗੁਰਮੁਖ ਸੋਈ ਸਹਿਜ ਸਮਾਵੈ। ਇਹ ਹੈ ਜੀ ਪੂਰੀ ਪੌੜੀ ਦਾ ਪਾਠ। ਹੁਣ ਆਪਾਂ ਇੱਕ ਇੱਕ ਪੰਗਤੀ ਪੜਾਂਗੇ, ਇੱਕ ਇੱਕ ਪੰਗਤੀ ਦੇ ਉੱਤੇ ਵਿਚਾਰ ਕਰਾਂਗੇ। ਜਿਹੜੀ ਪੰਗਤੀ ਦੀ ਵਿਚਾਰ ਸ਼ੁਰੂ ਹੋ ਜਾਏ ਤੁਸੀਂ ਧਿਆਨ ਵਿੱਚ ਰੱਖਣੀ ਹੈ। ਹੁਣ ਪਹਿਲੀ ਪੰਗਤੀ ਦੀ ਵਿਚਾਰ ਸ਼ੁਰੂ ਹੁੰਦੀ ਹੈ, ਹਾਉ ਤੇ ਸਕੋਲ ਘੁਮਾਇਆ, ਗੁਰਮਤਿ ਹਿਰਦੈ ਗਰੀਬੀ ਆਵੈ। ਭਾਈ ਗੁਰਦਾਸ ਜੀ ਕਹਿੰਦੇ ਉਸ ਤੋਂ ਸਦਕੇ ਜਾਂਦੇ ਹਾਂ। ਹਾਉ ਤੇ ਸਕੋਲ ਘੁਮਾਇਆ, ਘੋਲ ਘੁਮਾਇਆ ਦਾ ਭਾਵ ਸਦਕੇ ਜਾਣਾ। ਉਸ ਤੋਂ ਸਦਕੇ ਜਾਂਦੇ ਹਾਂ, ਗੁਰਮਤਿ ਹਿਰਦੈ ਗਰੀਬੀ ਆਵੈ। ਜਿਸ ਦੇ ਅੰਦਰ ਗੁਰੂ ਜੀ ਦੀ ਮੱਤ ਦੁਆਰਾ ਗਰੀਬੀ ਆ ਜਾਂਦੀ ਹੈ। ਗੁਰਮਤਿ ਹਿਰਦੈ ਗਰੀਬੀ ਆਵੈ। ਹਿਰਦੈ ਗਰੀਬੀ ਦਾ ਭਾਵ ਕੀ ਹੁੰਦਾ ਹੈ? ਜਿਹਦੇ ਅੰਦਰ ਨਿਮਰਤਾ ਆ ਜਾਂਦੀ ਹੈ ਗੁਰੂ ਜੀ ਦੀ ਮੱਤ ਦੁਆਰਾ। ਜਿਹੜੀ ਗਰੀਬੀ ਹੈ, ਜਿਹਨੂੰ ਕਿ ਆਪਾਂ ਨਿਮਰਤਾ ਕਹਿੰਦੇ ਹਾਂ, ਇੱਥੇ ਗਰੀਬੀ ਦਾ ਅਰਥ ਕੀ ਹੈ? ਨਿਮਰਤਾ। ਜਿਹੜੀ ਨਿਮਰਤਾ ਹੈ ਇਹ ਅੰਦਰ ਦੀ ਰੂਹਾਨੀ ਸ਼ੈ ਹੈ। ਨਿਮਰਤਾ ਕੱਲੀ ਬੋਲਾਂ ਦੀ ਨਹੀਂ ਹੁੰਦੀ, ਨਿਮਰਤਾ ਤਾਂ ਅੰਦਰ ਦੀ ਅਵਸਥਾ ਹੁੰਦੀ ਹੈ। ਸੱਚੀ ਗੱਲ ਤਾਂ ਬੜੀ ਜੁਰਤ ਨਾਲ ਬਿਆਨ ਕਰਨੀ ਪੈਂਦੀ ਹੈ। ਹੁਣ ਜਦੋਂ ਸੱਚੀ ਗੱਲ ਨੂੰ ਜੁਰਤ ਨਾਲ ਕਿਹਾ ਜਾਂਦਾ ਹੈ, ਉਹ ਹੰਕਾਰ ਨਹੀਂ ਹੁੰਦਾ, ਉਹ ਕੀ ਹੁੰਦਾ ਹੈ? ਆਤਮ ਵਿਸ਼ਵਾਸ, ਸੈਲਫ ਕੌਨਫੀਡੈਂਸ, ਨਿਸ਼ਚਾ, ਦ੍ਰਿੜਤਾ, ਪੂਰੀ ਪਰਪੱਕਤਾ ਨਾਲ ਸੱਚ ਬਿਆਨ ਕਰਨਾ ਪੈਂਦਾ ਹੈ। ਤਾਂ ਤੇ ਫਿਰ ਯਾਦ ਰੱਖੋ ਜੀ, ਨਿਮਰਤਾ ਜਿਹੜੀ ਇਹ ਅੰਦਰ ਦੀ ਰੂਹਾਨੀ ਸ਼ੈ ਹੈ। ਨਿਮਰਤਾ ਕੱਲੀ ਬੋਲਾਂ ਦੀ ਨਹੀਂ ਹੁੰਦੀ, ਜਾਂ
ਮਿਲਣ ਮਿਲਣ ਕਰਨ ਨੂੰ ਨਿਮਰਤਾ ਨਹੀਂ ਕਿਹਾ ਜਾਂਦਾ ਵੀ ਐਵੇਂ ਮਿਲਣ ਮਿਲਣ ਜੇ ਕਰੀ ਚੱਲੋ। ਨਹੀਂ, ਕਈ ਵਾਰ ਕੀ ਹੁੰਦਾ ਹੈ, ਹੀਣਤਾ ਭਾਵ ਹੁੰਦਾ ਹੈ। ਹੀਣਤਾ ਭਾਵ ਜਾਣਦੇ ਹੋ ਨਾ, ਉਹ ਹੀਣਤਾ ਭਾਵ ਨੂੰ ਨਿਮਰਤਾ ਕਹਿ ਦਿੰਦੇ ਆ ਕਈ ਵਾਰੀ। ਜਾਂ ਨਿਮਰਤਾ ਜੋ ਆਪਾਂ ਕਿਹਾ ਬੋਲਾਂ ਦੀ ਨਹੀਂ ਹੁੰਦੀ, ਭਾਵ ਸਮਝ ਗਏ ਹੋਗੇ ਤੁਸੀਂ, ਥੋੜੀ ਜਿਹੀ ਵਿਆਖਿਆ ਕਰਦੇ ਆ। ਹੁਣ ਵੀ ਮੰਨ ਲਓ ਸਟੇਜ ਤੇ ਕੋਈ ਬਾਬਾ ਕਹਿੰਦਾ, ਮੰਨ ਲਓ ਕਿ ਅਸੀਂ ਤਾਂ ਜੀ ਸੰਗਤਾਂ ਦੇ ਜੁੱਤੇ ਝਾੜਨਾ ਹੈ, ਬੋਲ ਨਿਮਰਤਾ ਦਾ ਨਾ, ਪਰ ਗੱਡੀ ਕੋਲ ਵੇਖਿਓ, ਸਮਝ ਗਏ ਹੋਗੇ ਕੀ ਵੇਖੋਗੇ, ਆਪਦੇ ਜੁੱਤੇ ਨਾਲ ਦਿਆਂ ਨੂੰ ਚਕਾਈ ਫਿਰਦਾ, ਉਦੋਂ ਬਾਂਹ ਫੜ ਕੇ ਪੁੱਛਦਿਆ ਕਰੋ ਕਿਸੇ ਦੇ ਕੀ ਝਾੜ ਦੇਗਾ, ਆਪਦੇ ਤਾਪ ਨਹੀਂ ਪਾਉਂਦਾ, ਕਿਉਂ ਚਕਾਈ ਫਿਰਦਾ, ਹੰਕਾਰ ਹੈ ਅੰਦਰ ਵੀ ਜੇ ਜੁੱਤੀ ਮੈਂ ਆਪਦੀ ਆਪ ਪਾਲੀ ਫਿਰ ਤਾਂ ਲੋਕ ਕਹਿਣਗੇ ਤਾਂ ਕੋਈ ਆਮ ਜਿਹੀ ਪ੍ਰਚਾਰਕ ਲੱਗਦਾ ਹੈ, ਇਹਨੇ ਤਾਂ ਆਪਦੀ ਜੁੱਤੀ ਆਪ ਹੀ ਪਾਲੀ, ਤੇ ਜੁੱਤੀ ਕੋਈ ਨਾਲ ਦਾ ਚੱਕ ਕੇ ਲੈ ਕੇ ਆਊ ਭੱਜ ਕੇ, ਫਿਰ ਲੋਕ ਕਹਿਣਗੇ ਕੋਈ ਮਹਾਂਪੁਰਖ ਹੈ। ਬੋਲੋ ਸਤਿਨਾਮ। ਹਾਂਜੀ, ਤੇ ਦੁਨੀਆ ਵੀ ਇਹੋ ਜਿਹੀ ਹੈ, ਬਹੁਤੀ ਸਾਰੀ ਨਹੀਂ ਕਹਿੰਦਾ, ਕੁਝ ਸਿਆਣੇ ਬੈਠੇ ਹੋ, ਇੱਕ ਗੜਬੇ ਵਾਲਾ ਰੱਖੇ ਨਾਲ, ਇੱਕ ਪੱਖੀ ਵਾਲਾ ਰੱਖੇ, ਇੱਕ ਤੌਲਗੇ ਵਾਲਾ ਰੱਖੇ, ਇੱਕ ਜੁੱਤੀ ਚੱਕਣ ਵਾਲਾ ਰੱਖ ਲਓ ਨਾਲ, ਕਹਿੰਦੇ ਮਹਾਂਪੁਰਖ ਹੈ। ਨਾ ਦੱਸ, ਮਹਾਂਪੁਰਖਾਂ ਦੀ ਨਿਸ਼ਾਨੀ ਇਹੀ ਹੈ। ਆਈ ਨਹੀਂ ਕਹਿੰਦੇ ਵੀ ਟਕਵੰਜੀ ਹੈ, ਦੁਨੀਆ ਵੀ ਇਹੋ ਜਿਹੀ ਹੈ ਜੀ। ਸੱਚ ਜਾਣੋ ਮਾਈਆਂ ਭੈਣਾਂ, ਧਿਆਨ ਕਰਿਓ, ਸੱਚ ਜਾਣੋ। ਤੁਸੀਂ ਤੌਲਗੇ ਤੂਲੇ ਵਾਲੇ ਗੜਬਿਆਂ ਗੁੜਬਿਆਂ ਵਾਲੇ ਹੋਣ ਨਾ, ਨਾਲ ਪੱਖੀ ਝੱਲਣ ਵਾਲਾ ਹੋਵੇ, ਫੇਰ ਆਖਣੇ ਬਈ ਇਹ ਤਾਂ ਮਹਾਂਪੁਰਖ ਹੈ ਬਈ। ਨਹੀਂ, ਇਹ ਹੰਕਾਰੀ ਪੁਰਸ਼ ਹੈ। ਤੁਹਾਨੂੰ ਤੋਂ ਜਵਾਬ ਮੰਗਦਿਆਂ ਦਿਓਗੇ। ਗੁਰੂ ਨਾਨਕ ਬਾਬਾ ਜੀ ਨੇ, ਅੱਜ ਤਾਂ ਸੰਗਤ ਵੀ ਬਹੁਤ ਲੇਟ ਆ ਰਹੀ ਹੈ, ਚਲੋ ਕੋਈ ਨਹੀਂ, ਪਹਿਲਾ ਦਿਨ ਹੈ, ਕੱਲ ਨੂੰ ਤੁਹਾਨੂੰ ਇੱਕ ਪ੍ਰਸ਼ਨ ਕਰਨ ਲੱਗਿਆ ਸੀ ਮੈਂ, ਕੀ ਗੁਰੂ ਨਾਨਕ ਬਾਬਾ ਜੀ ਨੇ ਕੋਈ ਜੁੱਤੀ ਚੱਕਣ ਵਾਲਾ ਰੱਖਿਆ ਸੀ? ਇਤਿਹਾਸ ਚ ਪੜਿਆ ਹੋਵੇ ਵੀ ਕੋਈ ਜੁੱਤੀ ਚੱਕਦਾ ਹੁੰਦਾ ਸੀ ਗੁਰੂ ਨਾਨਕ ਬਾਬਾ ਜੀ ਦੀ? ਕੋਈ ਗੁਣੀ ਗਿਆਨੀ ਭਾਈ ਕਿਸੇ ਨੇ ਪੜਿਆ ਹੋਵੇ? ਆਮ ਸੰਗਤ ਨੂੰ ਨਹੀਂ ਪਤਾ ਹੁੰਦਾ, ਨਹੀਂ ਰੱਖਿਆ ਸੀ। ਭਾਈ ਗੁਰਦਾਸ ਜੀ ਕਹਿੰਦੇ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਗੁਰੂ ਬਾਬਾ ਜੀ ਭਾਵ ਨਾਲ ਸਾਜੀ, ਤੇ ਜੁੱਤੀ ਚੱਕਣ ਵਾਲਾ ਕੋਈ ਪੱਖੀ ਵਾਲਾ, ਕੋਈ ਤੌਲਗੇ ਵਾਲਾ, ਕੋਈ ਗੜਬੇ ਵਾਲਾ ਗੁਰੂ ਬਾਬਾ ਜੀ ਨੇ ਬਿਲਕੁਲ ਨਹੀਂ ਰੱਖਿਆ। ਭਾਈ ਗੁਰਦਾਸ ਜੀ ਲਿਖਦੇ ਆ ਇਹ ਲਾਨੀ ਕਿ ਪੰਕਤੀ ਵੀ ਪੜ੍ਹ ਲਓ, ਬੋਲਿਆ ਕਰੋ ਸਾਰੇ। ਇੱਕ ਬਾਬਾ ਅਕਾਲ ਰੂਪ, ਇੱਕ ਬਾਬਾ ਅਕਾਲ ਰੂਪ, ਇੱਕ ਬਾਬਾ ਅਕਾਲ ਰੂਪ, ਇੱਕ ਬਾਬਾ ਯਾਰ ਬਾਬੀ ਮਰਦਾਨਾ, ਤੂੰ ਜਰ ਬਾਬੀ ਮਰਦਾਨਾ, ਦੋ ਯਾਰ ਬਾਬੀ ਮਰਦਾਨਾ, ਤੂੰ ਜਰ ਬਾਬੀ ਸੋ ਇਹ ਤੌਲੀਏ ਗੜਬੇ ਤੇ ਜੁੱਤੀਆਂ ਚਕਾਉਣ ਵਾਲੇ ਜਿੰਨੀਆਂ ਮਰਜ਼ੀ ਜਾਨੀ ਕਿ ਗੱਲਾਂ ਕਰੀ ਜਾਣ ਮੂੰਹ ਤੋਂ, ਅਸੀਂ ਜੁੱਤੇ ਝਾੜਨ ਆਏ ਆ ਜੀ, ਜੁੱਤੇ ਝਾੜਨ ਆਏ ਆ, ਨਹੀਂ, ਇਹ ਐਵੇਂ ਫੋਕੀ ਮੂੰਹ ਦੀ ਨਿਮਰਤਾ ਹੈ, ਅੰਦਰ ਨਿਮਰਤਾ ਨਹੀਂ। ਜਾਂ ਫਿਰ ਕਈ ਸਟੇਜ ਤੋਂ ਕਹਿੰਦੇ ਵੇਖੇ ਐ, ਅਸੀਂ ਤਾਂ ਭਾਈ ਸੰਗਤਾਂ ਦੇ ਦਾਸ ਹੈ, ਬੋਲ ਨਿਮਰਤਾ ਦਾ ਨਾ, ਸੰਗਤਾਂ ਦੇ ਦਾਸ ਹੈ। ਮਗਰੋਂ ਦੇਖਿਆ ਕਰੋ ਕਮਰੇ ਦੇ ਵਿੱਚ ਚੌੜਾ ਹੋਇਆ ਬੈਠਾ ਕੁਰਸੀ ਤੇ ਜਾਂ ਗਦੈਲੇ ਤੇ, ਚਮਚੇ ਜੀ ਦੋ ਵਾਰ ਖਾਣਾ ਛੱਡੇ, ਕਹਿੰਦੇ ਬਾਬਾ ਜੀ ਕੋਲੇ ਭੁਗਤ ਲੋ, ਉੱਥੇ ਬਾਂਹ ਫੜ ਕੇ ਪੁੱਛ ਲਿਆ ਕਰੋ। ਸਟੇਜ ਤੇ ਕਹਿੰਦੇ ਸੰਗਤਾਂ ਦੇ ਦਾਸ ਹੈ, ਹੁਣ ਚੌੜਾ ਹੋਇਆ ਸਾਹਿਬ ਬਣਿਆ ਬੈਠਾ, ਤੇ ਸੰਗਤਾਂ ਦੇ ਦਾਸ ਤਾਂ ਸੰਗਤਾਂ ਤੋਂ ਮੱਥੇ ਨਹੀਂ ਟਿਕਾਉਂਦੇ ਹੁੰਦੇ। ਬੋਲੋ ਸਤਿਨਾਮ। ਇਹ ਦਾਸ ਤਾਂ ਬਣਿਆ ਨਹੀਂ ਨਾ, ਬਣਨਾ ਪੈਂਦਾ, ਮੂੰਹ ਤੋਂ ਕਹਿਣ ਦੀ ਗੱਲ ਥੋੜਾ, ਇਹ ਮੂੰਹ ਤੋਂ ਕਹਿ ਕੇ ਕੋਈ ਦਾਸ ਬਣ ਜੂ। ਸੇਵਕ ਦਾਸ ਦਾ ਹੁੰਦਾ, ਸੇਵਕ
स्टेज ते कहंदा संगतां दे दास है, कमरे च चौड़ा होया बैठा है, अपनी भैन भरावां तो मत्थे टकाई जांदा है। दस दिओ जे गल च फर्क है तां इहो जी निमरता नहीं सिख कोले। फोकी निमरता दास है जी संगतां दे, जुत्ते झाड़न आए हैं जी, ये गल्लां नहीं हुंदियां। इन्हां गल्लां नूं निमरता नहीं कहंदे। ओह तां निमरता तां अंदर दी रूहानी शै है, सारिआं ने समझ लई। अंदर दी निमरता हुंदी है, निमरता कल्ली बोलां दी नहीं हुंदी। चलो इन्नी गल आपां समझ ले। ते गुरु दी मत राहीं भाईओ अंदर निमरता गरीबी आउंदी है। हाउ तिस घोड़ घमाया गुरमत, हृदय गरीबी आवै। उस तो सदके जांदे हां जिन्हां दे अंदर गुरु जी दी मत द्वारा गरीबी भाव निमरता आ जाती है। ते निमरता आ जावे तां जीवन महान बन जांदा, नहीं तां आपां हंकार च मर जांदे हां। एक चीज ही रहू ना, जां तां अंदर हंकार हो ते जां निमरता, दोने तां नहीं होणियां। इक्को ही किवें सुस्त जे सरोते किवें गर्मी जी मनी खड़े हो, किवें गल कि थके कम्मां करां दे, तां ते दोनां च इक्को ही होऊ ना अंदर, इक्को ही, दो तां हुंदे नहीं। ते जे हंकार है, हंकार तां बड़ा माड़ा है। ये भी दस देवां बाणी चों कि देखो गुरु दी मत राहीं जे तां हिरदे च गरीबी निमरता जे तां बच गया, नहीं तां फिर हाल की होना है। गुरु अर्जन साहब जी सुखमनी साहब विच दसदे है, जिस कै अंतर राज अभिमान, सो नरक पाती होवत स्वान। जो जानै मैं जो बनवंत, सो होवत विष्ठा का जंत। आपस कौ कर्मवंत कहावै, जन्म मरै बहु जोन परमावै। धन भूम का जो करै गुमान, सो मूर्ख अंधा अज्ञान। कर कृपा जिसकै हृदय गरीबी वसावै। आगे ना बाणी च भी वचन ओही देखो, हृदय गरीबी दा भाव अंदर दी निमरता। कर कृपा जिसकै हृदय गरीबी वसावै, नानक ईहा मुक्त आगै सुख पावै। गुरु जी कहंदे जिहदे अंदर राज दा हंकार होवे, जिसकै अंतर राज अभिमान, जिहदे अंदर भी बाणी दा ज्ञान तां हर मनुख वास्ते है। मनुख दा अर्थ ना भुल जिओ, मानस देही नूं मनुख कहा जांदा है। वो मनुख भावें इस्त्री है भावें पुरुष है, भावें मेल है भावें फीमेल है, भावें भैण है भावें भरा है, भाव मनुख लफ्ज सारिਆਂ वास्ते साझा हुंदा है। तां ते हुण गुरु जी कहंदे जिस भी मनुख दे अंदर, जिस भी बाणी दा ज्ञान सब वास्ते है, राज दा हंकार हो जे, राज दा हंकार हो जावे, सो नरक पाती होवत स्वान। कहंदे वो फिर राज दे हंकार दे विच नरक दा कुत्ता हुंदा है। सो नरक पाती होवत स्वान, वो लीडर नरक दा कुत्ता है जिहदे अंदर राज दा हंकार हुंदा है। बोलो सतनाम, वाणी दा फैसला। हुण इक्को ही गुरु जी दी वाणी दा वचन लग गया किसी लीडर दे, ओदा जानी कि चिप कढ़ देने बाणी दे ज्ञान ने। एक गल ना भुल जो किते, गुरु दी वाणी दा ज्ञान किसी नूं जलील नहीं करदा, भाव दुखी नहीं करदा। गुरु दा वचन जागृत करदा। ये हुण वचन कह लो गुरु दी ज्ञान दा थौड़ा मान लो किसी लीडर दे वज जे, ओदा चिप कढ़ दू, हंकार दा चिप कढ़ दू ओदा। फिर वो भी जानी कि गुरु के ज्ञान द्वारा सच ना जुड़ के वो भी राजनीतिक शक्ति तो चंगा काम लैन लग जू। जे हंकार ना होवे, सच्चा ज्ञान पल्ले होवे, तां फिर जानी कि आगू नहीं माड़ा। फिर वो की जानी कि कोशिश करू, जे गुरु का ज्ञान पल्ले है फिर वो कोशिश करू भी किते भी किसे नाल भी जबर जुल्म धक्का बेइंसाफी ना होवे, सब नूं हक सच न्याय मिले, सब दियां लोड़ां पूरियां होण, रोटी कपड़ा मकान विद्या दवाई सब नूं मिले, ऐसा राज धन है। बोलो सतनाम। हाँ फिर वो शक्ति चंगे कामां ते लगूगी। जे किते गुरु दे ज्ञान राही अंदर गरीबी आ जावे, अंदर अंदर निमरता आ जावे, आगू होवे, फिर आगू नहीं माड़ा। ते जे हंकारी होवे भी साडा राज साडी सरकार, जे अंदर हंकार हो जे ते राज दे हंकार च पुठे काम करे, फिर गुरु साहब कहंदे ओ नरक दा पुत्ता है।
जिस कै अंतर राज अभिमान, सो नरक पाती होवत स्वान। जो जानै मैं जो बनवंत, सो होवत विष्टा का जंत। ਜਿਹਦੇ ਅੰਦਰ ਜਵਾਨੀ ਦਾ ਹੰਕਾਰ ਹੋ ਜੇ, ਜੋਬਨਵੰਤ ਦਾ ਭਾਵ ਜਵਾਨੀ ਦਾ ਹੰਕਾਰ, ਉਹ ਚਾਹੇ ਧੀ ਭੈਣ ਨੌਜਵਾਨ ਵੀਰ ਕੋਈ ਹੈ, ਧਿਆਨ ਨਾਲ ਸੁਣ ਲਿਓ। ਜੇ ਕਿਤੇ ਹੰਕਾਰ ਮਾੜਾ ਫਿਰ ਨਾ ਭੁੱਲਿਓ, ਜਵਾਨੀ ਨਹੀਂ ਮਾੜੀ ਕਿਤੇ ਭੁਲੇਖਾ ਖਾ ਜਾਓ। ਜਵਾਨੀ ਦੇ ਹੰਕਾਰ ਦੀ ਗੱਲ ਚੱਲ ਰਹੀ ਹੈ। ਤੇ ਜੇ ਜਵਾਨੀ ਦਾ ਹੰਕਾਰ ਹੋ ਜੇ, ਮਾਤਾ ਪਿਤਾ ਦੀ ਗੱਲ ਨਹੀਂ ਸੁਣਦਾ, ਗੁਰੂ ਦੀ ਗੱਲ ਨਹੀਂ ਸੁਣਦਾ, ਗੁਰਮੁਖਾਂ ਦੀ ਗੱਲ ਨਹੀਂ ਸੁਣਦਾ, ਤੇ ਜੇ ਜਵਾਨੀ ਦਾ ਹੰਕਾਰ ਚੜ ਜੇ ਤੇ ਜਵਾਨੀ ਦੇ ਹੰਕਾਰ 'ਚ ਪੁੱਠੇ ਕੰਮ ਕਰੇ, ਗੁੰਡਾਗਰਦੀ, ਲੱਚਰਵਾਦ, ਨਸ਼ੇ, ਹੁੰਦਾ ਨਾ ਬਹੁਤ ਕੁਛ, ਫਿਰ ਗੁਰੂ ਅਰਜਨ ਸਾਹਿਬ ਕਹਿੰਦੇ ਜਵਾਨੀ ਗੰਦਗੀ ਦਾ ਕੀੜਾ ਬਣ ਜਾਂਦੀ ਹੈ। ਬੋਲੋ ਸਤਨਾਮ। ਸੋ ਹੋਵਤ ਵਿਸ਼ਟਾ ਕਾ ਜੰਤ। ਜੰਤ ਦਾ ਅਰਥ ਹੁੰਦਾ ਕੀੜਾ, ਵਿਸ਼ਟਾ ਦਾ ਅਰਥ ਗੰਦਗੀ। ਉਹ ਗੰਦਗੀ ਦਾ ਕੀੜਾ ਹੈ। ਜਵਾਨੀ ਤਾਂ ਗੰਦਗੀ ਦੇ ਕੀੜੇ ਬਣਾ ਦਿੰਦੀ ਹੈ। ਜੇ ਗੁਰੂ ਦਾ ਗਿਆਨ ਨਾ ਹੋਵੇ, ਜੇ ਹੰਕਾਰ ਚੜ੍ਹ ਜੇ ਜਵਾਨੀ ਦਾ, ਤੇ ਜੇ ਜਵਾਨੀ ਗੁਰੂ ਨਾਲ ਜੁੜ ਜੇ, ਫਿਰ ਜਵਾਨੀ ਸ਼ਕਤੀ ਚੰਗੇ ਕੰਮਾਂ ਤੇ ਲੱਗ ਜਾਂਦੀ ਹੈ। ਹਰ ਗੱਲ ਨੂੰ ਸਮਝੋ। ਉਹ ਜਵਾਨੀ ਜਾਨੀ ਕਿ ਸਮਾਜ ਦੇ, ਮਨੁੱਖਤਾ ਦੇ, ਮਾਂ ਪਿਓ ਦੇ ਹੀਰੇ ਹੈ ਜਿਹੜੇ ਸੱਚ ਨਾਲ ਜੁੜੇ ਹੈ। ਜਵਾਨੀ ਦੀ ਗੱਲ ਹੈ, ਚਾਹੇ ਧੀ ਭੈਣ ਹੈ, ਚਾਹੇ ਨੌਜਵਾਨ ਵੀਰ ਭਾਈ ਹੈ, ਗੱਲ ਜਵਾਨੀ ਦੀ ਹੈ। ਉਹ ਤਾਂ ਹੀਰੇ ਬਣ ਕੇ ਜਿਹਨਾਂ ਜਿਹੜੇ ਸੱਚੇ ਗਿਆਨ ਨਾਲ ਜੁੜ ਕੇ ਜਿਉਂਦੇ ਆ, ਜਿਹੜੇ ਸੱਚੇ ਗਿਆਨ ਨਾਲ ਟੁੱਟ ਕੇ ਬਦਫੈਲੀਆਂ 'ਚ ਪੈ ਜਾਂਦੇ, ਜਵਾਨੀ 'ਚ, ਲੱਚਰਵਾਦ 'ਚ, ਗੁੰਡਾਗਰਦੀ 'ਚ, ਨਸ਼ੇ ਵਿਸ਼ਿਆਂ 'ਚ, ਉਹ ਗੰਦਗੀ ਦੇ ਕੀੜੇ ਬਣ ਜਾਂਦੇ ਆ। ਇਸ ਕਰਕੇ ਭਾਈ ਜਵਾਨੀ ਦੇ ਹੰਕਾਰ ਤੋਂ ਬਚੀਏ, ਜਵਾਨੀ ਸ਼ਕਤੀ ਚੰਗੇ ਕੰਮਾਂ ਤੇ ਲਾਓ, ਤੇ ਜਵਾਨੀ ਦਾ ਪੱਟਿਆ ਮੁੜ ਕੇ ਰਾਸ ਨਹੀਂ ਆਉਂਦਾ ਜੇ ਜਵਾਨੀ ਗਲਤ ਕੰਮਾਂ ਤੇ ਲੱਗ ਜੇ ਤਾਂ ਗੰਦਗੀ ਦਾ ਕੀੜਾ ਬਣ ਜਾਂਦਾ। ਗੰਦਗੀ ਦਾ ਕੀੜਾ ਸਮਝ ਗਏ ਨਾ, ਵੀ ਅੱਖਾਂ ਨਾਲ ਵੀ ਗੰਦ ਵੇਖਣਾ, ਅਸ਼ਲੀਲ ਤਸਵੀਰਾਂ ਦੇਖਣੀਆਂ, ਗੰਦੀਆਂ ਪਿਕਚਰਾਂ ਦੇਖਣੀਆਂ, ਨੰਗੇ ਨਾਚ ਵੇਖਣੇ, ਕੰਨਾਂ ਨਾਲ ਗੰਦ ਸੁਣਨਾ, ਗੰਦੇ ਗੀਤ ਸੁਣਨੇ, ਜੀਭ ਨਾਲ ਗੰਦ ਪਕਣਾ, ਹੱਥਾਂ ਨਾਲ ਗੰਦੇ ਕੰਮ ਕਰਨੇ, ਪੈਰਾਂ ਨਾਲ ਗੰਦੇ ਪਾਸੇ ਜਾਣਾ, ਬਣ ਗਿਆ ਨਾ ਗੰਦਗੀ ਦਾ ਕੀੜਾ। ਇਹ ਤਾਂ ਜਵਾਨੀ ਗੰਦਗੀ ਦਾ ਕੀੜਾ ਬਣ ਕੇ ਰਹਿ ਜਾਂਦੀ ਹੈ ਜੇ ਗੁਰੂ ਦੀ ਮੱਤ ਪੱਲੇ ਨਾ ਹੋਵੇ ਹੰਕਾਰ ਦੇ ਵਿੱਚ, ਯਾਦ ਰੱਖਿਓ। ਤੇ ਜੇ ਜਵਾਨੀ ਸ਼ਕਤੀ ਜੁੜ ਜਾਵੇ ਗੁਰੂ ਦੇ ਨਾਲ, ਸੱਚੇ ਗਿਆਨ ਦੇ ਨਾਲ, ਤਾਂ ਜਵਾਨੀ ਸ਼ਕਤੀ ਉਸਾਰੂ ਕੰਮ ਕਰ ਸਕਦੀ ਹੈ। ਉਹ ਪਾਸਾ ਵੀ ਕਹਾ ਹੁਣ ਅਸਾਰੂ ਕੰਮ ਕਿਵੇਂ? ਜਿਵੇਂ ਕਿ ਅੱਜ ਪ੍ਰਦੂਸ਼ਣ ਦਾ ਮਸਲਾ ਹੈ। ਪ੍ਰਦੂਸ਼ਣ ਬਹੁਤ ਵੱਧ ਗਿਆ। ਪ੍ਰਦੂਸ਼ਣ ਦਾ ਦੈਂਤ ਹੈ ਜਿਹੜਾ, ਇਹ ਮਨੁੱਖਤਾ ਨੂੰ ਨਿਗਲਣ ਵਾਸਤੇ ਤਿਆਰ ਖੜਾ ਹੈ। ਇਸ ਨੁਕਤੇ ਨੂੰ ਪੜ੍ਹੇ ਲਿਖੇ ਭੈਣ ਭਰਾ ਤਾਂ ਜਾਣਦੇ ਹੋਣਗੇ ਵੀ ਸਾਡੇ ਨਾ ਵਾਯੂਮੰਡਲ ਦੇ ਉੱਪਰ ਇੱਕ ਤੈਅ ਹੈ, ਜਿਸ ਤੈਅ ਨੂੰ ਅਸੀਂ ਕਹਿੰਦੇ ਹਾਂ ਓਜ਼ੋਨ। ਇਹ ਪੜ੍ਹੇ ਲਿਖੇ ਜਾਣਦੇ ਇਸ ਨੁਕਤੇ ਨੂੰ, ਜਿਹਨੂੰ ਅਸੀਂ ਸਾਇੰਸ ਦੀ ਭਾਸ਼ਾ ਵਿੱਚ, ਜਿਹੜੇ ਸਾਇੰਸ ਵਾਲੇ ਸਟੂਡੈਂਟ ਬੈਠੇ ਪਤਾ ਹੈ, ਉਹ ਥਿਊਰੀ ਕਹਿੰਦੇ ਹਾਂ। ਤਾਂ ਇਹ ਤੈਅ ਕਾਹਦੇ ਵਾਸਤੇ ਉੱਪਰ? ਇੱਥੇ ਆ ਕੇ ਸੂਰਜ ਦੀਆਂ ਕਿਰਨਾਂ ਜਿਹੜੀਆਂ ਉਹ ਫਿਲਟਰ ਹੁੰਦੀਆਂ, ਪੁਣੀਆਂ ਜਾਂਦੀਆਂ ਕਹਿ ਲਓ। ਪ੍ਰਦੂਸ਼ਣ ਹੋਣ ਕਰਕੇ ਉਸ ਤੈਅ ਦੇ ਵਿੱਚ, ਜਿਹਨੂੰ ਪ੍ਰੋਟੈਕਟ ਲੇਅਰ ਕਿਹਾ ਜਾਂਦਾ ਹੈ, ਵੀ ਉਹ ਤੈਅ ਜਿਹੜੀ ਸਾਡੀ ਰੱਖਿਆ ਕਰਦੀ ਹੈ ਕਹਿ ਲਓ, ਸਾਇੰਸ ਦੀ ਭਾਸ਼ਾ ਨੂੰ ਕਹਿੰਦੇ ਪ੍ਰੋਟੈਕਟ ਲੇਅਰ। ਤਾਂ ਤੇ ਉਹਦੇ ਵਿੱਚ ਮੋਗਰੇ ਹੋ ਗਏ, ਮੋਗਰੇ ਹੋਲ ਪ੍ਰਦੂਸ਼ਣ ਦੇ ਨਾਲ ਨਾ, ਉਹਦੇ ਵਿੱਚ ਮੋਗਰੇ ਹੋ ਗਏ। ਜਿਹੜੀ ਤੈਅ ਹੈ ਉੱਪਰ, ਉਹ ਜਿਹੜੀਆਂ ਕਿਰਨਾਂ ਸਿੱਧੀਆਂ ਆ ਜਾਂਦੀਆਂ ਨਾ ਮੋਗਰਿਆਂ ਦੇ ਵਿੱਚ ਦੀ, ਬਿਨਾਂ ਫਿਲਟਰ ਹੋਣ ਤੋਂ, ਉਹ ਫਿਰ ਬਹੁਤ ਖਤਰਨਾਕ ਬਿਮਾਰੀਆਂ ਫੈਲਾਉਂਦੀਆਂ। ਕਾਲਾ ਪੀਲੀਆ, ਕੈਂਸਰ, ਚਮੜੀ ਦੀਆਂ ਬਿਮਾਰੀਆਂ, ਬਹੁਤ ਸਾਰੀਆਂ ਬਿਮਾਰੀਆਂ ਸੂਰਜ ਦੀਆਂ ਕਿਰਨਾਂ ਤੋਂ ਫੈਲਦੀਆਂ, ਜਿਹੜੀਆਂ ਕਿਰਨਾਂ ਉਹਨਾਂ ਮੋਗਰਿਆਂ ਦੇ ਰਾਹੀਂ ਬਿਨਾਂ ਪੁਣੇ ਤੋਂ ਆ ਜਾਂਦੀਆਂ ਸਿੱਧੀਆਂ। ਇਹ ਸੌਖੇ ਢੰਗ ਨਾਲ ਗੱਲ ਸਮਝਾਈ ਹੈ। ਤੇ ਜਵਾਨੀ ਸ਼ਕਤੀ ਕੀ ਕਰ ਸਕਦੀ ਹੈ? ਸਾਂਝੀਆਂ ਥਾਵਾਂ ਤੇ ਦਰਖਤ ਲਾ ਕੇ ਪਾਲ ਸਕਦੀ ਹੈ। ਦਰਖਤ ਲਾ ਕੇ ਪਾਲਣ ਦੀ ਗੱਲ ਕੀਤੀ ਹੈ ਮੈਂ, ਵੀ ਆਪਾਂ ਉਹ ਕੰਮ ਨਹੀਂ, ਜਾਨੀ ਕਿ ਜਿਵੇਂ ਕਿ ਤਾਂ ਲੀਡਰ ਲੋਕਾਂ ਦੇ ਤਾਂ ਜਾਨੀ ਕਿ ਫਿਰ ਹੋਰ ਕੰਮ ਹੁੰਦੇ ਨੇ ਨਾ, ਉਹ ਤਾਂ ਇੱਕ ਦਿਨ ਬਣਾ ਲੈਂਦੇ ਨੇ ਕਿ ਬਣ ਮਹਾ ਉਤਸਵ ਡੇ, ਪੜਿਆ ਤੁਸੀਂ ਬਣਾਉਂਦੇ ਹੁੰਦੇ ਆ, ਭਾਵ ਕਿ ਬੂਟਾਂ ਲਾ ਕੇ ਫੋਟੋ ਖਿਚਾ ਲਈ, ਅਖਬਾਰ ਚ ਲਾ ਕੇ, ਟੈਲੀਵਿਜ਼ਨ ਚ ਦੇਤੀ ਵੀ ਲੀਡਰ ਸਾਹਿਬ ਜੀ ਬੂਟਾ ਲਾ ਰਹੇ ਹੈ, ਬਣ ਉਤਸਵ ਮਹਾ ਡੇ ਬਣਾਇਆ ਜਾ ਰਿਹਾ ਹੈ। ਉਹ ਤਾਂ ਲੀਡਰਾਂ ਦੇ ਟਸ਼ਨ ਮਸ਼ਨ ਹੁੰਦੇ ਆ।
ਕਦੇ ਲੀਡਰ ਦਾ ਲਾਇਆ ਬੂਟਾ ਦਰਖਤ ਬਣਿਆ ਨਹੀਂ ਦੇਖਿਆ, ਕੱਲੇ ਜੰਗਲੇ ਜੀ ਖੜੇ ਹੁੰਦੇ ਐ। ਬੋਲੋ ਸਤਿਨਾਮ। ਉਹ ਲੋਹੇ ਦਾ ਜਾਲ ਜਾ ਕੇ ਖੜਾ ਹੁੰਦਾ ਨਾ, ਦੇਖਿਆ ਕਈ ਵਾਰੀ ਹਨਾ। ਚਲੋ ਉਹ ਤਾਂ ਉਹਨਾਂ ਦੀਆਂ ਫਾਰਮੈਲਿਟੀਆਂ, ਟਸ਼ਨ ਮਸ਼ਨ। ਨਹੀਂ, ਆਪਾਂ ਤਾਂ ਇਹ ਕੰਮ ਨਹੀਂ ਕਰਨੇ। ਹਰ ਕੰਮ ਨੂੰ ਫੋਟੋਆਂ ਨਾਲ ਨਾ ਜੋੜਿਆ ਕਰੋ। ਚਾਹੇ ਸਿਆਣੇ ਬੈਠੋ ਨਾ, ਅੱਜ ਤਾਂ ਫੋਟੋਆਂ ਹੀ ਰਹਿ ਗਈਆਂ ਬਸ। ਬੂਟਾ ਲਾ ਦਿਓ, ਫੋਟੋਆਂ ਖਿਚਾ ਲਓ, ਅਖਬਾਰ ਚਲਾ ਦਿਓ, WhatsApp ਤੇ ਪਾ ਦਿਓ ਜਾ ਕੇ। ਆਹੀ ਰਹਿ ਗਿਆ ਨਾ ਕੰਮ। ਹਰ ਗੱਲ ਨੂੰ ਫੋਟੋਆਂ ਨਾਲ ਨਾ ਜੋੜਿਆ ਕਰੋ, ਉਹ ਕੰਮ ਕਰੋ। ਤਾਂ ਤੇ ਬੂਟਾ ਲਾ ਕੇ ਭਾਵ ਕਿ ਉਹਦੀ ਸੰਭਾਲ ਕਰਨੀ ਹੈ। ਗਰਮੀ ਠੰਡ ਤੋਂ ਬਚਾਉਣਾ ਹੈ, ਪਸ਼ੂਆਂ ਤੋਂ ਬਚਾਉਣਾ ਹੈ, ਉਹਨੂੰ ਕਿਸੇ ਵੀ ਬਿਮਾਰੀ ਤੋਂ, ਜਿਵੇਂ ਸਿਉਂਕ ਆਦਿਕ ਕਿਸੇ ਬਿਮਾਰੀ ਆਦਿਕ ਤੋਂ ਬਚਾਉਣਾ ਹੈ, ਭਾਵ ਕਿ ਉਹਨੂੰ ਪਾਲਣਾ ਹੈ, ਸਮੇਂ ਸਮੇਂ ਪਾਣੀ ਦੇਣਾ, ਜੋ ਸਾਰਾ ਏਦਾਂ। ਇਹ ਜਾਣੀ ਕਿ ਫਿਰ ਕੀ ਹੁੰਦਾ, ਇੱਕ ਦਰਖਤ ਹੈ ਨਾ ਜਿਹੜਾ, ਤੁਸੀਂ ਹੈਰਾਨ ਹੋਵੋਗੇ, ਇੱਕ ਸਾਲ ਵਿੱਚ 10 ਲੱਖ ਦੀ ਆਕਸੀਜਨ ਦਿੰਦਾ ਹੈ। ਆਕਸੀਜਨ ਦਾ ਜੇ ਡਾਕਟਰੀ ਰੇਟ ਲਾਉਣਾ ਹੋਵੇ, ਇਹ ਮੈਂ ਡਾਕਟਰੀ ਰੇਟ ਲਾਇਆ, ਜਿਹੜਾ ਅੱਜ ਰੇਟ ਹੈ ਨਾ ਗੈਸ ਸਿਲੰਡਰ ਦਾ ਆਕਸੀਜਨ ਦਾ, ਉਹਦੇ ਮੁਤਾਬਕ ਰੇਟ ਲਾਉਣਾ ਹੋਵੇ ਤੇ 10 ਲੱਖ ਦੀ ਆਕਸੀਜਨ ਦਿੰਦਾ ਇੱਕ ਸਾਲ ਵਿੱਚ ਇੱਕ ਦਰਖਤ। ਇਹਨਾਂ ਤੁਹਾਨੂੰ ਪਤਾ ਹੀ ਹੈ ਵੀ ਰੁੱਖ ਦਾ ਤੇ ਮਨੁੱਖ ਦਾ ਬੜਾ ਗਹਿਰਾ ਸੰਬੰਧ ਹੈ ਆਪਸ ਵਿੱਚ। ਜਿਹੜੀ ਅਸੀਂ ਕਾਰਬਨ ਡਾਈਆਕਸਾਈਡ ਗੈਸ ਬਾਹਰ ਕੱਢਦੇ ਹਾਂ, ਗੰਦੀ ਗੈਸ ਕਹਿ ਲਓ ਪੰਜਾਬੀ ਦੇ ਵਿੱਚ ਮੂੰਹ ਰਾਹੀਂ, ਉਹ ਦਰਖਤ ਸੋਖਦੇ ਹੈ, ਅਬਜ਼ੌਰਬ ਕਰਦੇ ਹੈ। ਜਿਹੜੀ ਆਕਸੀਜਨ ਦਰਖਤ ਛੱਡਦੇ ਹੈ ਉਹ ਅਸੀਂ ਅੰਦਰ ਲੈ ਕੇ ਜਾਂਦੇ ਹਾਂ ਸਾਹ ਨਾਲ। ਅੰਦਰ ਅਸੀਂ ਆਕਸੀਜਨ ਲੈ ਕੇ ਜਾਂਦੇ ਹਾਂ, ਬਾਹਰ ਅਸੀਂ ਕਾਰਬਨ ਡਾਈਆਕਸਾਈਡ ਕੱਢਦੇ ਹਾਂ। ਆਕਸੀਜਨ ਦਰਖਤ ਦਿੰਦੇ ਹੈ ਤੇ ਜਿਹੜੀ ਕਾਰਬਨ ਡਾਈਆਕਸਾਈਡ ਅਸੀਂ ਕੱਢਦੇ ਹਾਂ ਉਹ ਦਰਖਤ ਸੋਖਦੇ ਹੈ। ਕਿੱਡੀ ਵੱਡੀ ਗੱਲ ਹੋ ਗਈ। ਦਰਖਤ ਫਿਰ ਸਾਨੂੰ ਛਾਂ ਦਿੰਦੇ ਨੇ, ਫਲ ਫੁੱਲ ਦਿੰਦੇ ਹੈ, ਇਮਾਰਤੀ ਲੱਕੜੀ ਦਿੰਦੇ ਹੈ, ਬਾਰਿਸ਼ ਦਾ ਕਾਰਨ ਬਣਦੇ ਹੈ। ਦਰਖਤ ਆਸੇ ਪਾਸੇ ਨਮੀ ਛੱਡਦਾ ਰਹਿੰਦਾ ਹੈ, ਤਾਂ ਤੇ ਮਿੱਟੀ ਨੂੰ ਖੋਰੇ ਤੋਂ ਬਚਾਉਂਦਾ। ਮਿੱਟੀ ਖੁਸ਼ਕ ਹੋ ਜੇ, ਵਾਹਨ ਰੇਤਲੇ ਹੋ ਜਾਂਦੇ, ਤੁਹਾਨੂੰ ਪਤਾ ਹੈ, ਨਮੀ ਖਤਮ ਹੋ ਜੇ ਮਿੱਟੀ ਵਿੱਚ। ਏਦਾਂ ਜਾਨੀ ਕਿ ਰੁੱਖ ਤੇ ਮਨੁੱਖ ਦਾ ਬੜਾ ਗਹਿਰਾ ਸੰਬੰਧ ਹੈ। ਗੱਲ ਮੁਕਾਓ। ਸੋ ਜਵਾਨੀ ਸ਼ਕਤੀ ਹੈ ਜੋ, ਤਾਂ ਤੇ ਉਹ ਚੰਗੇ ਕੰਮਾਂ ਤੇ ਲੱਗ ਸਕਦੀ ਹੈ। ਜਵਾਨੀ ਸ਼ਕਤੀ ਗੁਰੂ ਨਾਲ ਜੁੜ ਜਾਵੇ, ਗੱਲ ਚੱਲੀ ਆਪਾਂ, ਗੁਰੂ ਨਾਲ ਜੁੜ ਜਾਵੇ, ਅੰਦਰ ਨਿਮਰਤਾ ਆ ਜਾਵੇ, ਅੰਦਰ ਹੰਕਾਰ ਨਾ ਹੋਵੇ ਜਵਾਨੀ ਦਾ, ਜਵਾਨੀ ਸ਼ਕਤੀ ਚੰਗੇ ਕੰਮਾਂ ਤੇ ਲੱਗੇ, ਫਿਰ ਸਮਾਜ ਦੇ ਵਿੱਚੋਂ ਦਾਜ ਦਹੇਜ ਦਾ ਦੈਂਤ ਭਜਾਇਆ ਜਾ ਸਕਦਾ ਹੈ। ਜਵਾਨੀ ਜਾਗਰਤ ਹੋ ਜੇ, ਸਾਰੇ ਧੀਆਂ ਭੈਣ ਨੌਜਵਾਨ ਵੀਰ ਭਾਈ, ਕੀ ਐਲਾਨ ਹੋ ਜੇ ਵੀ ਆਪਾਂ ਸੌਦੇਬਾਜ਼ੀਆਂ ਨਹੀਂ ਕਰਨੀਆਂ, ਰਿਸ਼ਤਿਆਂ ਦਾ ਵਪਾਰੀਕਰਨ ਨਹੀਂ ਕਰਨਾ। ਰਿਸ਼ਤਿਆਂ ਦਾ ਵਪਾਰੀਕਰਨ ਹੋ ਗਿਆ ਨਾ, ਜੇ ਆਪਾਂ ਸਾਰੇ ਧੀਆਂ ਭੈਣਾਂ ਵਾਲੇ ਬੈਠੇ, ਗੱਲਾਂ ਖੁੱਲੀਆਂ ਕਰਨੀਆਂ ਪੈਂਦੀਆਂ। ਅੱਜ ਰਿਸ਼ਤੇ ਨਹੀਂ ਹੋ ਰਹੇ, ਤੁਸੀਂ ਦੱਸੋ ਕੀ ਹੋ ਰਿਹਾ? ਦੱਸੋ ਬਈ, ਸਿੰਘੋ ਚੌਂਕੜੇ ਲਾ ਕੇ ਬੈਠੋ, ਫਿਰ ਐ ਵੇਸਲੇ ਜੇ ਨਾ ਬੈਠੋ। ਕੀ ਹੋ ਰਿਹਾ ਦੱਸਿਓ ਜੀ? ਸੌਦੇ ਹੋ ਰਹੇ ਹੈ, ਠੀਕ ਹੈ, ਭੈਣਾਂ ਦੀ ਸਹਿਮਤੀ ਹੈ। ਬਿਰਲੇ ਥਾਵਾਂ ਨੂੰ ਛੱਡ ਕੇ ਕਹਿ ਲਓ ਰਿਸ਼ਤਾ ਨਹੀਂ ਹੋ ਰਿਹਾ, ਸੌਦਾ ਹੋ ਰਿਹਾ। ਰਿਸ਼ਤੇ ਕਿੱਥੇ ਰਹਿ ਗਏ? ਵਪਾਰੀਕਰਨ ਹੋ ਗਿਆ ਰਿਸ਼ਤਿਆਂ ਦਾ। ਸੌਦਾ ਕਿਵੇਂ ਲੈ, ਆਮ ਹੀ ਗੱਲ ਕਰ ਲਓ ਵੀ ਮੰਨ ਲਓ ਆਪਾਂ ਕਿਤੇ ਵੀ ਧੀ ਭੈਣ ਦੇ ਰਿਸ਼ਤੇ ਵਾਸਤੇ ਜਾਂਦੇ ਹਾਂ, ਕਿਤੇ ਵੀ ਇੱਕ ਗੱਲ ਤਾਂ ਜਾਨੀ ਕਿ ਆਮ ਕਹਿੰਦੇ ਆ, ਤੁਹਾਨੂੰ ਪਤੀ ਹੈ ਕਿਹੜੀ, ਉਹ ਤਾਂ ਸਾਡੀ ਪਹਿਲਾਂ ਵੀ ਗੱਲ ਜੀ ਚੱਲੀ ਜਾਂਦੀ ਹੈ, ਹੁੰਦਾ ਹੀ ਹੁੰਦਾ ਟਰੈਕਟਰ ਨਾ। ਅੱਛਾ, ਕਿੱਥੇ ਜੇ ਚੱਲਦੀ ਹੈ? ਕਹਿੰਦੇ ਅਸੀਂ 15 ਕਹਿੰਦੇ ਸੀ, ਉਹ 10 ਕਹਿੰਦੇ ਸੀ, ਕੱਲ ਵਿਚੋਲਾ ਦੁਬਾਰੇ ਆਇਆ ਸੀ, ਕਹਿੰਦਾ ਸੀ 12 ਚ ਗੱਲ ਬਣ ਜੂਗੀ। ਹੁਣ ਦੱਸੋ ਸੌਦਾ ਹੋ ਰਿਹਾ ਕਿ ਨਾ ਹੋ ਰਿਹਾ? ਵੀ ਅਸੀਂ 15 ਮੰਗਦੇ ਆਂ, ਲੜਕੀ ਵਾਲੇ ਕਹਿੰਦੇ 10, ਵਿਚੋਲਾ ਕਹਿੰਦਾ ਵਿਚਾਲੇ ਜੇ ਕਰਾ ਦਨੇ। ਕਹਿੰਦੇ ਕੱਲ ਆਇਆ ਸੀ ਵਿਚੋਲਾ ਦੁਬਾਰੇ, ਕਹਿੰਦੇ ਬਣ ਜੂ 12 ਚ ਗੱਲ। ਹੁਣ ਤੁਸੀਂ ਦੱਸੋ ਸੌਦਾ ਹੋ ਰਿਹਾ ਕਿ ਨਹੀਂ ਹੋ ਰਿਹਾ? ਹੋ ਰਿਹਾ ਨਾ। ਕਿ ਮਾਫ਼ ਕਰਨਾ ਗੱਲ ਕਹਿ ਦਿਆਂ ਅਗਲੀ ਵੀ ਸੱਚ ਤਿੱਖਾ ਹੁੰਦਾ, ਰੁੱਖਾ ਨਹੀਂ ਹੁੰਦਾ। ਇਹ ਗੱਲ ਪੁੱਛਣੀ ਪਊ ਵੀ ਕਾਕਾ ਹੈ ਕਿ ਪਲਾਟ ਹੈ? ਬੋਲੋ ਸਤਿਨਾਮ। ਸੌਦੇ ਤਾਂ ਪਲਾਟਾਂ ਦੇ ਹੁੰਦੇ ਆ, ਵੀ ਕਾਕਾ ਹੈ ਕਿ ਪਲਾਟ ਹੈ? ਦੱਸੋ ਵੀ ਹੁਣ ਕਮਾਲ ਹੈ। ਪਲਾਟ ਵੇਚਿਆ ਜਾ ਰਿਹਾ ਕਿ ਕਾਕੇ ਦਾ ਵਿਆਹ ਸ਼ਾਦੀ ਕਰਨਾ? ਕਮਾਲ ਦੀ ਗੱਲ ਹੈ। ਇਹ ਨੀਵਾਂ ਪੱਧਰ ਆ ਗਿਆ। ਚਲੋ ਜੀ ਗਲਤੀ ਹੋਈ ਅੱਜ ਛੱਡ ਦਿਓ ਹੁਣ ਆਪਾਂ, ਕਿਉਂਕਿ ਨਹੀਂ ਗਿਆਨ, ਚਲੋ ਇਹ ਜਿਹੀਆਂ ਗਲਤੀਆਂ ਹੋ ਜਾਂਦੀਆਂ ਆਪਾਂ ਤੋਂ, ਅੱਜ ਤੋਂ ਬਾਅਦ ਇਹ ਕੰਮ ਨਾ ਕਰੀਏ। ਇਹ ਬਿਰਤੀ ਘਟੀ ਹੈ ਵੀ ਕਿਸੇ ਧੀ ਦੇ ਬਾਪ ਦੀ ਜਾਂ ਕਿਸੇ ਭੈਣ ਦੇ ਭਰਾਵਾਂ ਦੀ ਕੀਤੀ ਕਮਾਈ ਨਾਲ ਸਾਡਾ ਘਰ ਭਰ ਜੇ। ਘਟੀਆ ਬਿਰਤੀ ਹੈ ਨਾ। ਸ਼ੁੱਧ ਬਿਰਤੀ ਕੀ ਹੈ? ਮਾਲਕ ਜੀ ਐਸਾ ਬਲ ਬਖਸ਼, ਐਸੀ ਕਮਾਈ ਚ ਬਰਕਤ ਪਾ, ਅਸੀਂ ਆਪਣੀ ਕਮਾਈ ਕਰਕੇ ਸਾਰੀਆਂ ਲੋੜੀਆਂ ਚੀਜ਼ਾਂ ਬਣਾਈਏ। ਬੋਲੋ ਸਤਿਨਾਮ। ਹਾਂਜੀ, ਇਹ ਹੈ ਨਾ ਸ਼ੁੱਧ, ਤੂੰ ਕਮਾਈ ਚ ਬਰਕਤ ਪਾ, ਬਖਸ਼ਿਸ਼ ਮੰਗਣਾ ਹੈ ਤਾਂ ਆਪਾਂ ਠੀਕ ਹੈ, ਉਹ ਤਾਂ ਕੋਈ ਮਨਾ ਨਹੀਂ ਨਾ। ਜਿਵੇਂ ਭਗਤ ਧੰਨਾ ਜੀ ਮਹਾਰਾਜ ਵੀ ਕਹਿੰਦੇ ਵੀ ਮਾਲਕ ਜੀ ਕਮਾਈ ਚ ਬਰਕਤ ਪਾ। ਪੜ੍ਹਦੇ ਹੋ ਤੁਸੀਂ, ਗੋਪਾਲ ਤੇਰਾ ਆਰਤਾ, ਵੀ ਮਾਲਕ ਜੀ ਮੇਰਾ ਤੇਰਾ ਮੰਗਤਾ ਹੈ। ਤੇ ਆਰਤਾ ਦਾ ਹੁੰਦਾ ਮੰਗਤਾ,
ਤਾਂ ਤੇ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਰਹਾਓ। ਦਾਲ ਸੀਤਾ ਮੰਗੋ ਕੀਓ, ਮੈਂ ਮੰਗਦਾ ਹਾਂ ਦਾਲ, ਦਾਲ ਤਾਂ ਸਮਝ ਗਏ ਸੀਧਾ ਦਾ ਆਟਾ, ਸੀਧਾ ਆਪਾਂ ਵੀ ਕਹਿੰਦੇ ਨੇ। ਦਾਲ ਸੀਧਾ ਮੰਗੋ ਕੀਓ, ਮੈਂ ਦਾਲ ਆਟਾ ਕਿਉਂ ਮੰਗਦਾ ਹਾਂ। ਹਮਰਾ ਖੁਸ਼ੀ ਕਰੇ ਨਿਤ ਜੀਓ, ਤਾਂ ਕਿ ਨਿਤ ਦੀਆਂ ਲੋੜਾਂ ਪੂਰੀਆਂ ਹੋਣ, ਚਿੱਤ ਖੁਸ਼ ਰਹੇ, ਫਿਕਰ ਨਾ ਰਹੇ, ਧਿਆਨ ਤੇਰੇ ਵੱਲ ਜੁੜਿਆ ਰਹੇ। ਕਿਉਂ ਜੇ ਘਰੇ ਲੋੜੀ ਦੀ ਚੀਜ਼ ਨਾ ਹੋਵੇ, ਭੁੱਖਿਆਂ ਤੋਂ ਤਾਂ ਭਗਤੀ ਵੀ ਨਹੀਂ ਹੁੰਦੀ। ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀ। ਪੰਨੀਆਂ ਛਾਦਨ ਨੀਕਾਂ, ਕਹਿੰਦੇ ਮੈਂ ਜੁੱਤੀ ਤੇ ਕੱਪੜੇ ਵੀ ਚਾਹੁੰਦਾ ਹਾਂ। ਪੈਨੂੰ ਨੂੰ ਚੰਗੇ ਕੱਪੜੇ, ਜੁੱਤੀ ਵੀ ਚਾਹੀਦੀ ਹੈ। ਪੰਨੀਆਂ ਕਹਿੰਦੇ ਜੁੱਤੀ ਨੂੰ ਸਮਝਦੀ ਹੋ, ਛਾਦਨ ਕੱਪੜਿਆਂ ਨੂੰ ਕਹਿੰਦੇ ਆ। ਪੰਨੀਆਂ ਛਾਦਨ ਨੀਕਾਂ, ਅਨਾਜ ਮੰਗੋ ਸੱਤ ਸੀਕ। ਆਹ ਗੱਲ ਫੜਨੀ ਹੈ ਸੂਤਰ। ਕਹਿੰਦੇ ਮੈਂ ਅਨਾਜ ਵੀ ਇਹੋ ਜਿਹਾ ਮੰਗਦਾ, ਤੂੰ ਮੈਨੂੰ ਇਹੋ ਜਿਹਾ ਬਲ ਬਖਸ਼, 7 ਵਾਰੀ ਵਾਹਣ ਵਾਹਾਂ। ਆਹ ਵਿੱਚੋਂ ਗੱਲ ਫੜਨੀ। ਇਹਦਾ ਅਰਥ ਇਹ ਨਹੀਂ ਵੀ ਮੈਂ ਵਿਹਲਾ ਬੈਠਾ ਰਹਾ, ਤੂੰ ਚੀਜ਼ਾਂ ਸਿੱਟੀ ਚੱਲ ਮੈਨੂੰ। ਭਾਵ ਕਿ ਐਸਾ ਬਲ ਦੇ, ਮੈਂ 7 ਸੀਕਾਂ ਦਾ ਅਰਥ ਹੁੰਦਾ 7 ਵਾਰੀ ਵਾਹਣ ਵਾਹੁਣਾ। ਇਹੋ ਜਿਹਾ ਬਲ ਬਖਸ਼ ਮਹਾਰਾਜ, 7 ਵਾਰੀ ਵਾਹਣ ਵਾਹਾਂ, 7 ਵਾਰੀ। ਤੇ ਉਹਨੂੰ ਤੂੰ ਫਿਰ ਇੰਨਾ ਕੁ ਜ਼ਰੂਰ ਫੜ ਲਾ ਦੀ ਕਿ ਉਹਦੇ ਵਿੱਚ ਮੇਰੀਆਂ ਲੋੜਾਂ ਪੂਰੀਆਂ ਹੋ ਜਾਣ। ਬੋਲੋ ਸਤਿਨਾਮ। ਕਮਾਈ ਕਰਾਂ, ਬਰਕਤ ਤੂੰ ਪਾਉਣੀ ਹੈ। ਦੇਖੋ ਗੱਲ ਸਮਝੋ, ਇਹਦੇ ਵਿੱਚ ਨੁਕਤਾ ਆ ਗਿਆ। ਇਹਦੇ ਵਿੱਚ 7 ਵਾਰੀ ਵਾਹਣ ਵਾਹੁਣ ਦੀ ਗੱਲ ਵੀ ਕੀਤੀ ਹੋਈ ਹੈ। ਕਈ ਸਮਝਦੇ ਨਹੀਂ ਬਾਣੀ ਦੀ ਬਰੀਕੀ ਨੂੰ। ਤਾਂ ਤੇ ਕਹਿੰਦੇ ਅਨਾਜ ਮੰਗੋ 7 ਸੀਕਾਂ, ਗਊ ਭੈਂਸ ਮੰਗੋ ਲਵੇਰੀ, ਕਤਾਜਨ ਤੁਰੀ ਚੰਗੇਰੀ। ਕਹਿੰਦੇ ਦੁੱਧ ਵਾਸਤੇ ਗਾਂ ਭੈਂਸ ਵੀ ਮੰਗਦਾ ਹਾਂ। ਗਾਂ ਮੱਝ ਕਹਿ ਲੋ, ਭੈਂਸ ਦਾ ਕੋਈ ਅਰਥ। ਤਾਂ ਤੇ ਕਤਾਜਨ ਤੁਰੀ, ਆਉਣ ਜਾਣ ਵਾਸਤੇ ਕੋਈ ਘੋੜੀ ਵੀ ਚਾਹੀਦੀ ਹੈ, ਜਿਵੇਂ ਅੱਜ ਆਪਾਂ ਕਹਿੰਦੇ ਵਾਹੀਕਲ। ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਣ ਚੰਗੀ, ਕਹਿੰਦੇ ਘਰ ਵਾਲੀ ਵੀ ਚੰਗੀ ਚਾਹੀਦੀ ਹੈ। ਘਰੇ ਥਾਕ ਹੋਵੇ ਫਿਰ ਹੀ ਰੱਬ ਨਾਲ ਜੁੜਿਆ ਜਾਂਦਾ। ਜੇ ਘਰ ਹੀ ਥਾਕ ਨਹੀਂ, ਜਿੱਥੇ ਪਤੀ ਪਤਨੀ ਦਾ ਜੋੜ ਨਹੀਂ, ਉੱਥੇ ਹੋਰ ਨਰਕ ਦੀ, ਜਿੱਥੇ ਦੋਆਂ ਜੀਆਂ ਦੀ ਨਹੀਂ ਬਣਦੀ, ਉਦੋਂ ਵੱਡਾ ਨਰਕ ਹੀ ਕਿਤੇ ਨਹੀਂ। ਉੱਥੇ ਰੱਬ ਦੀ ਯਾਦ ਕਿੱਥੇ, ਜਿੱਥੇ ਬੇਥਫਾਕੀ ਹੈ। ਬੋਲੋ ਸਤਨਾਮ। ਭਗਤ ਧੰਨਾ ਜੀ ਕਹਿੰਦੇ ਵੀ ਘਰੇ ਵੀ ਇਤਫਾਕ ਹੋਵੇ, ਫਿਰ ਘਰ ਕੀ ਗੀਹਨ ਚੰਗੀ, ਜਨ ਧੰਨਾ ਲੈਵੈ ਮੰਗੀ। ਕਹਿਣ ਦਾ ਭਾਵ ਕੀ, ਇਹਦੀ ਸਿੱਖਿਆ ਲੈਣੀ ਹੈ ਵੀ ਮਾਲਕ ਜੀ ਤੇਰੇ ਮੰਗਦੇ ਹਾਂ ਅਸੀਂ, ਤੇ ਇੱਥੋਂ ਮੰਗਦੇ ਹਾਂ ਬਲ ਮਿਹਨਤ ਕਰਨ ਦਾ, ਤੇ ਇੱਥੋਂ ਮੰਗਦਾ ਹਾਂ 7 ਵਾਰੀ ਵਾਹਣ ਵਾਹਾਂ। ਇੰਨੀ ਤੰਦਰੁਸਤੀ ਦੇ ਮੇਰੇ ਸਰੀਰ ਨੂੰ, ਐਡਾ ਬਲ, ਐਡੀ ਮੈਨੂੰ ਮਿਹਨਤੀ ਬਿਰਤੀ ਦੇ। ਉਹ 7 ਵਾਰੀ ਵਾਹਣ ਵਾਹ ਕੇ ਬੀਜੇ ਦੇ ਵਿੱਚ ਨਾ ਇਹਨਾਂ ਕੁ ਫਲ ਜ਼ਰੂਰ ਲਾ ਦੀ ਵੀ ਦਾਲ, ਘਿਓ, ਆਟਾ, ਗਊ, ਮੱਝ, ਲਵੇਰੀ, ਜੋ ਸਾਰਾ ਕੁਛ ਇਹ ਮੇਰੀਆਂ ਲੋੜਾਂ ਪੂਰੀਆਂ ਹੋ ਜਾਣ। 7 ਵਾਰੀ ਵਾਹਣ ਵਾਹ ਕੇ ਲੋੜਾਂ ਪੂਰੀਆਂ ਕਰਾਂ। ਬੋਲੋ ਸਤਨਾਮ। ਦੇਖੋ ਬਚਨ। ਸੋ ਇਹ ਘਟੀਆ ਜਿਹੜੀ ਵਿਅਕਤੀ ਆਪਾਂ ਗੱਲ ਕੀਤੀ ਸੀ ਨਾ, ਵੀ ਕਿਸੇ ਧੀ ਦੇ ਬਾਪ ਦੀ ਜਾਂ ਕਿਸੇ ਭੈਣ ਦੇ ਭਰਾਵਾਂ ਦੀ ਕੀਤੀ ਕਮਾਈ ਸਾਡੇ ਘਰੇ ਆ ਵੜੇ, ਇਹ ਵਿਅਕਤੀ ਘਟੀਆ, ਗਲਤ ਸੋਚ ਹੈ ਨਾ ਜੀ, ਗੰਦੀ ਸੋਚ ਵੀ ਕਿਸੇ ਦੀ ਕਮਾਈ ਸਾਡੇ ਘਰੇ ਆ ਵੜੇ, ਕਿਸੇ ਦੀ ਕੀਤੀ ਕਮਾਈ ਨਾਲ ਸਾਡਾ ਘਰ ਭਰ ਜੇ। ਇਹ ਤਾਂ ਸੋਚ ਹੀ ਗੰਦੀ ਹੈ। ਜੇ ਆਪਾਂ ਛੱਡ ਦਈਏ ਤੇ ਭਗਤ ਅਸੀਂ ਰੱਬ ਦੇ ਦਰ ਦੇ ਮੰਗਤੇ ਬਣਨਾ। ਮੰਗਤੇ ਬਣਨ ਦਾ ਭਾਵ ਸਮਝੀ ਗਏ, ਤੇ ਅਸੀਂ ਮਾਲਕ ਦੇ ਦਰ ਦੇ ਮੰਗਤੇ ਬਣਨਾ, ਬੰਦਿਆਂ ਦੇ ਮੰਗਤੇ ਨਹੀਂ ਬਣਨਾ। ਮਾਲਕ ਦੇ ਦਰ ਦੇ ਮੰਗਤੇ ਬਣਨ ਦਾ ਅਰਥ ਕੀ ਹੈ? ਮਾਲਕ ਤੋਂ ਹੀ ਮੰਗਣਾ ਹੈ ਕਿ ਮਾਲਕ ਜੀ ਸਾਨੂੰ ਤੰਦਰੁਸਤੀ ਬਖਸ਼, ਸਾਨੂੰ ਬਲ ਦੇ, ਸਾਨੂੰ ਮਿਹਨਤ ਕਰਨ ਵਾਲੀ ਬੁੱਧੀ ਦੇ। ਉਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਸਾਨੂੰ ਮਿਹਨਤ ਕਰਨ ਵਾਲੀ ਮੱਤ ਦੇ। ਇਹ ਮੰਗਣਾ ਹੈ ਮਾਲਕ ਦੇ ਦਰ ਦੇ ਮੰਗਤੇ ਬਣ ਕੇ ਵੀ ਉਦਮ ਕਰਨ ਵਾਲੀ ਮੱਤ ਦੇ, ਸਾਨੂੰ ਵਿਹਲੜ ਰਹਿਣ ਵਾਲੀ ਮੱਤ ਨਾ ਦੇ, ਸਾਨੂੰ ਸਾਡੇ ਸਰੀਰ 'ਚ ਤੰਦਰੁਸਤੀ ਬਖਸ਼, ਬਲ ਬਖਸ਼, ਤਾਂ ਤੇ ਮਿਹਨਤ ਕਰਕੇ ਸਾਡੀਆਂ ਲੋੜਾਂ ਜਿਹੜੀਆਂ ਪੂਰੀਆਂ ਹੋ ਸਕਣ। ਇਹ ਬਰਕਤ ਤੁਸੀਂ ਪਾ ਦਿਓ, ਫਿਰ ਉਸ ਮਿਹਨਤ ਦੀ ਕਮਾਈ 'ਚ ਉਹਦੇ ਵਿੱਚੋਂ ਲੋੜੀਆਂ ਸਾਰੀਆਂ ਪੂਰੀਆਂ ਹੋ ਜਾਣ। ਸੋਹਣੀ ਜੁੱਤੀ ਵੀ ਬਣ ਜੇ, ਕੱਪੜੇ ਵੀ ਬਣ ਜਾਣ, ਆਉਣ ਜਾਣ ਵਾਸਤੇ ਘੋੜੀ ਵੀ ਬਣ ਜੇ, ਤਾਂ ਤੇ ਗਾਂ ਮੱਝ ਲਵੇਰੀ ਵੀ ਹੋਵੇ, ਦਾਲ ਸੀਧਾ ਆਟਾ ਘਿਓ ਸਾਰਾ ਸਮਝ ਲਿਆ। ਭਾਵੇਂ ਭਾਵ ਅਰਥ ਨੂੰ ਆਪਾਂ ਬਾਣੀ ਤੋਂ ਸਮਝ ਲਿਆ ਨਾ। ਤੇ ਘਟੀਆ ਸੋਚ ਆਪਾਂ ਛੱਡ ਦਿਓ ਫਿਰ ਸਾਰੇ ਹੁਣ ਅੱਜ ਤੋਂ ਬਾਅਦ। ਘਟੀਆ ਕਹਿ ਲਓ, ਗੰਦੀ ਸੋਚ ਵੀ ਕਹਿ ਸਕਦੇ ਨੂੰ, ਕਿਉਂਕਿ ਬੜੀ ਗੰਦੀ ਸੋਚ ਹੈ ਇਹ ਵੀ ਕਮਾਈ ਕਿਸੇ ਦੀ ਕੀਤੀ ਤੇ ਘਰੇ ਸਾਡੇ ਆ ਵੜੇ। ਇਹ ਛੱਡ ਦਈਏ ਆਪਾਂ। ਰਿਸ਼ਤਿਆਂ ਦਾ ਵਪਾਰੀਕਰਨ ਹੋ ਗਿਆ ਜਿਹੜਾ, ਇਹ ਰਿਸ਼ਤਿਆਂ ਦਾ ਵਪਾਰੀਕਰਨ ਨੇ ਪਿਆਰ ਖਤਮ ਕਰ ਦਿੱਤਾ। ਕਿਉਂਕਿ ਆਪਾਂ ਸਮਝ ਹੀ ਲਿਆ ਪਹਿਲਾਂ ਰਿਸ਼ਤੇ ਤਾਂ ਹੋ ਹੀ ਨਹੀਂ ਰਹੇ, ਸੌਦੇ ਹੋ ਰਹੇ ਹੈ, ਸੌਦੇ ਹੋ ਰਹੇ ਹੈ। ਹੁਣ ਜਿਹੜਾ ਸੌਦਾ ਹੋਇਆ ਵੀ 12 ਲੱਖ 15 ਲੱਖ ਜਾਂ ਜ਼ਿਆਦਾ 25 ਲੱਖ 30 ਲੱਖ 'ਚ, ਹੁਣ 25-30 ਲੱਖ ਤੋਂ ਸੌਦਾ ਹੋ ਕੇ ਤਾਂ ਤੇ ਹੁਣ ਘਰੇ ਜਾਣੀ ਕਿ ਨੂੰਹ ਆਈ ਹੈ, ਉਹ ਨੂੰਹ ਫਿਰ ਸੱਸ ਦੀਆਂ ਲੱਤਾਂ ਨਹੀਂ ਦੱਬਦੀ। ਨਾ ਨਾ,
ਨਾ ਨਾ ਨਾ, ਉਹ ਤਾਂ ਅੰਦਰ ਇਹੀ ਭਾਵਨਾ। ਚਲੋ ਅਗਲੀ ਗੱਲ ਮੈਂ ਨਾ ਕਹਾਂ, ਡੈਸ਼ ਪਾਤੀ, ਚਲੋ ਤੁਸੀਂ ਆਪੇ ਪੂਰੇ ਕਰ ਲਿਓ, ਰਹੋ ਵਿਚਾਰ। ਤਾਂ ਤੇ ਇਦਾਂ ਇਹਨਾਂ ਗੱਲਾਂ ਨੂੰ ਅਸੀਂ ਸਮਝ ਲਿਆ। ਰਿਸ਼ਤਿਆਂ ਦਾ ਵਪਾਰੀਕਰਨ ਨਾ ਕਰੋ, ਪੱਕਾ ਕਰ ਲਓ। ਤੇ ਜੇ ਜਵਾਨੀ ਜਾਗ ਪਵੇ, ਜਵਾਨੀ 'ਚ ਜਾਗਰਤੀ ਆ ਜਾਵੇ, ਤਾਂ ਦਾਜ ਦਹੇਜ ਦਾ ਦੈਂਤ ਸਮਾਜ ਵਿੱਚੋਂ ਭਜਾਇਆ ਜਾ ਸਕਦਾ ਹੈ। ਇਹ ਵੀ ਦੈਂਤ ਹੀ ਹੈ, ਦਾਜ ਦਹੇਜ ਵੀ, ਜਿਵੇਂ ਪ੍ਰਦੂਸ਼ਣ ਦੀ ਦੈਂਤ ਹੀ ਹੈ। ਜਵਾਨੀ ਉਹਨੂੰ ਕੰਟਰੋਲ ਕਰ ਸਕਦੀ ਹੈ। ਗੱਲ ਚ ਜਵਾਨੀ ਸ਼ਕਤੀ, ਜਵਾਨੀ ਬੜੀ ਮਹਾਨ ਹੁੰਦੀ ਹੈ ਜੇ ਜਵਾਨੀ ਜਾਗਰਤ ਹੋ ਜਾਏ। ਤੇ ਨਹੀਂ ਤਾਂ ਆਪਾਂ ਸਮਝ ਹੀ ਲਿਆ, ਨਹੀਂ ਤਾਂ ਗੰਦਗੀ ਦੇ ਕੀੜੇ ਆ। ਅੱਜ ਕਾਫੀ ਜਵਾਨੀ, ਸਾਰੀ ਨਹੀਂ ਕਹਿੰਦਾ ਸਿਆਣੇ ਬੈਠੇ ਹੋ, ਕਾਫੀ ਜਵਾਨੀ ਅੱਜ ਗੰਦਗੀ ਦੇ ਕੀੜੇ ਬਣ ਗਈ, ਲੱਚਰਵਾਦ ਚ ਪੈ ਗਏ, ਗੁੰਡਾਗਰਦੀ, ਨਸ਼ੇ ਵਿਸ਼ੇ, ਭੈੜੀਆਂ ਕਰਤੂਤਾਂ। ਚਲੋ ਤਾਂ ਕਿ ਫਿਰ ਇਹ ਦਾਜ ਦਹੇਜ ਨੂੰ ਅਸੀਂ ਰੋਕ ਸਕਦੇ ਹਾਂ, ਪ੍ਰਦੂਸ਼ਣ ਦਾ ਦੈਂਤ ਭਜਾਇਆ ਜਾ ਸਕਦਾ ਹੈ। ਫਿਰ ਤੀਜਾ, ਭਰੂਣ ਹੱਤਿਆ ਖਤਮ ਹੋ ਸਕਦੀ ਹੈ ਸਮਾਜ ਵਿੱਚੋਂ, ਬੱਚੀਆਂ ਦਾ ਕਤਲ ਕੁੱਖ ਵਿੱਚ। ਫਿਰ ਜਵਾਨੀ ਜਾਗ ਪਵੇ, ਲੱਚਰਵਾਦ ਖਤਮ ਹੋ ਸਕਦਾ ਹੈ। ਕਿਉਂਕਿ ਲੱਚਰ ਗਾਇਕ ਹੈ ਜਿਹੜੇ, ਇਹ ਜਵਾਨੀ ਨੇ ਹੀ ਕਾਮਯਾਬ ਕੀਤੀ ਹੈ। ਕਿਹੜੀ ਜਵਾਨੀ ਨੇ? ਵੀ ਜਿਹਨੂੰ ਗਿਆਨ ਨਹੀਂ, ਜਿਹਨੂੰ ਗੰਦ ਸੁਣਨ ਦਾ ਸਵਾਦ ਪੈ ਗਿਆ, ਸਿੱਧਾ ਕਹਿ ਲਓ। ਜਿਨ੍ਹਾਂ ਗੰਦੇ ਗਾਇਕਾਂ ਨੂੰ ਛਿੱਤਰ ਪੈਣੇ ਚਾਹੀਦੇ ਸੀ, ਉਹਨਾਂ ਨੂੰ ਕੀ ਦਿੱਤਾ? ਰੁਪਈਏ। ਮੱਤ ਮਾਰੀ ਗਈ ਨਾ। ਜੇ ਜਵਾਨੀ ਦੀ ਜਾਗਰਤੀ ਹੁੰਦੀ ਤੇ ਸਟੇਜ ਤੋਂ ਥੱਲੇ ਖਿੱਚ ਕੇ 3 ਮਾਰਦੇ ਵਿਥਾੜ ਤੇ ਵੀ ਕੀ ਗੰਦ ਪਾਇਆ ਹੋਇਆ। ਹਾਂ ਬਈ ਦੱਸੋ ਵੀ ਕੀ ਗੰਦ ਪਾਇਆ। ਤੇ ਜੇ ਪਤਾ ਲੱਗ ਜੀ ਵੀ ਜਵਾਨੀ ਜਾਗ ਪਈ, ਗੰਦਾ ਗੀਤ ਗਾਉਣ ਦੀ ਜ਼ਰੂਰਤ ਹੀ ਨਹੀਂ, ਪੁਲਿਸ ਨੂੰ ਪਹਿਲਾਂ ਹੀ ਲੱਤਾਂ ਕੰਬਣਗੀਆਂ, ਉਹਨੂੰ ਪਤਾ ਲੱਗ ਜੂ ਵੀ ਛਿੱਤਰ ਪੈਣਗੇ, ਛਿੱਤਰ ਪੈਣਗੇ। ਦੱਸੋ, ਜਿਨ੍ਹਾਂ ਨੂੰ ਛਿੱਤਰ ਪੈਣੇ ਚਾਹੀਦੇ ਸੀ ਉਹਨਾਂ ਨੂੰ ਰੁਪਈਏ ਦਿੱਤੇ, ਰੁਪਈਏ ਵੀ ਬਹੁਤ ਦਿੱਤੇ। ਸਿੱਧਾ ਹੀ ਕਹਿ ਲਓ ਗੰਦ ਮਹਿੰਗਾ ਵਿਕ ਗਿਆ। ਦੱਸ ਦਿਓ ਜੀ ਫਰਕ ਹੈ ਤਾਂ। ਗੰਦ ਦਾ ਰੇਟ ਹੀ ਬੜਾ ਚੱਕਤਾ, ਗੰਦ ਬੜਾ ਮਹਿੰਗਾ ਵਿਕ ਗਿਆ। ਕਾਰਨ ਕੀ ਬਣ ਗਿਆ? ਕਿਉਂਕਿ ਗੰਦ ਸੁਣਨ ਦਾ ਸਵਾਦ ਪੈ ਗਿਆ। ਇਸ ਕਰਕੇ ਇਹ ਗੰਦੇ ਗਾਇਕਾਂ ਨੇ ਤੁਹਾਡੇ ਪੱਲੇ ਕੀ ਪਾਇਆ? ਬਸ ਉਹੀ ਲੱਚਰਵਾਦ, ਗੁੰਡਾਗਰਦੀ, ਨਸ਼ੇ। ਕਿਉਂਕਿ ਹਰ ਇੱਕ ਗੀਤ ਦੇ ਵਿੱਚ ਲੜਕੀ ਦੀ ਗੱਲ, ਦੁਨਾਲੀ ਦੀ ਗੱਲ, ਨਸ਼ਿਆਂ ਦੀ ਗੱਲ, ਹਰ ਗੀਤ ਦੇ ਵਿੱਚ। ਆਪ ਕਰੋੜਾਂ ਅਰਬਾਂ ਪਤੀ ਬਣ ਗਏ ਤੇ ਜਵਾਨੀ ਪੱਟ ਦਿੱਤੀ। ਇਸ ਕਰਕੇ ਜੇ ਜਵਾਨੀ ਜਾਗ ਪਵੇ ਤਾਂ ਸਮਾਜ ਵਿੱਚੋਂ ਇਹ ਲੱਚਰਵਾਦ ਨੂੰ ਭਜਾਇਆ ਜਾ ਸਕਦਾ ਹੈ, ਲੱਚਰ ਗਾਇਕਾਂ ਨੂੰ ਖੂੰਜੇ ਲਾਇਆ ਜਾ ਸਕਦਾ ਹੈ। ਤੇ ਕਈ ਵਾਰ ਤਾਂ ਚਲੋ ਅੱਗੇ ਨਾਲ ਥੋੜੀ ਬਹੁਤੀ ਜਾਗਰਤੀ ਆਈ ਹੈ, ਵਿਰੋਧ ਵੀ ਹੋਇਆ ਹੈ, ਪਰ ਕਈ ਥਾਵਾਂ ਤੇ ਦੇਖਿਆ ਬੱਸਾਂ ਵਿੱਚ ਇੰਨੇ ਗੰਦੇ ਗਾਣੇ ਚੱਲਦੇ ਆ। ਮਾਫ ਕਰਨਾ, ਕਿਤੇ ਬਾਪ ਧੀ ਇਕੱਠੇ ਕਿਤੇ ਜਾਂਦੇ ਹੋਣ ਜਾਂ ਭੈਣ ਭਰਾ ਜਾਂਦੇ ਹੋਣ, ਉਹਨਾਂ ਨੂੰ ਸੀਟ ਤੇ ਬੈਠਣਾ ਮੁਸ਼ਕਲ ਹੋ ਜਾਂਦਾ ਹੈ। ਹਾਂਜੀ, ਧੀਆਂ ਭੈਣਾਂ ਨੇ ਮਾਫ ਕਰਨਾ। ਹਾਂਜੀ, ਸੋਚੋ ਇਹਨਾਂ ਕੰਮ ਦਾ ਬੱਸਾਂ ਦੇ ਵਿੱਚ ਵੀ। ਤੇ ਜੇ ਹੁਣ ਜਾਗਰਤੀ ਆ ਜਾਏ, ਡਰਾਈਵਰ ਨੂੰ ਪਤਾ ਲੱਗ ਜੇ ਵੀ ਛਿੱਤਰ ਪੈਣਗੇ, ਜ਼ਰੂਰਤ ਪੈ ਜੇ। ਜੇ ਡਰਾਈਵਰ ਨੂੰ ਪਤਾ ਲੱਗ ਜੇ ਵੀ ਜਾਗਰਤੀ ਆ ਗਈ, ਛਿੱਤਰ ਪੈਣਗੇ, ਹੁਣ ਵੀ ਕੀ ਗੰਦ ਪਾਇਆ ਉਹ ਤੂੰ ਬੱਸ ਦੇ ਵਿੱਚ, ਤੈਨੂੰ ਕਿਹਨੇ ਅਥਾਰਟੀ ਦਿੱਤੀ ਇਹ? ਤੈਨੂੰ ਪਤਾ ਨਹੀਂ ਇੱਥੇ ਬਾਪ ਧੀ ਵੀ ਇਕੱਠੇ ਜਾ ਹੁੰਦੇ, ਸਾਰੀਆਂ ਧੀਆਂ ਭੈਣਾਂ ਬੈਠੀਆਂ, ਸਾਰੀਆਂ ਕਰਕੇ ਕੀ ਗੰਦ ਪਾਇਆ ਤੂੰ? ਤਾਂ ਤੇ ਏਦਾਂ ਇਹ ਹੋ ਸਕਦਾ ਹੈ ਜੇ ਸਾਨੂੰ ਜਾਗ ਆ ਜੇ। ਤੇ ਜੇ ਅਸੀਂ ਆਪ ਹੀ ਗੰਦ ਚੋਂ ਸਵਾਦ ਲੈਂਦੇ ਹਾਂ, ਫਿਰ ਤਾਂ ਗੱਲ ਮੁੱਕੀ, ਫਿਰ ਤਾਂ ਕਹਿਣੀ ਕਿਹਨੂੰ ਹੈ? ਇਸ ਕਰਕੇ ਇਦਾਂ ਇਹ ਗੱਲ ਆਪਾਂ ਫਿਰ ਜਾਗ ਆ ਜਾਵੇ ਜਵਾਨੀ ਤਾਂ ਨਸ਼ਿਆਂ ਨੂੰ ਭਜਾਇਆ ਜਾ ਸਕਦਾ। ਠੀਕ ਹੈ, ਨਸ਼ੇ ਭਾਵੇਂ ਬਜ਼ੁਰਗ ਵੀ ਕਰਦੇ ਵਿੱਚ, ਨਹੀਂ ਮੈਂ ਕਹਿੰਦਾ ਕੱਲੀ ਜਵਾਨੀ ਕਰਦੀ ਹੈ, ਪਰ ਜਾਣੀ ਕਿ ਜਵਾਨੀ ਦਾ ਵੱਧ ਰੋਲ ਹੈ। ਹਾਂ, ਨਸ਼ਿਆਂ ਦੀ ਬਾਤ ਠੀਕ ਹੈ, ਬਜ਼ੁਰਗਾਂ ਨੂੰ ਵੀ ਸਪਸ਼ਟ ਕਹਿੰਦੇ ਹੁੰਦੇ ਹਾਂ ਵੀ ਬਾਪੂ ਜੇ ਤੂੰ ਚਿੱਟਾ ਦਾੜਾ ਠੇਕੇ ਨੂੰ ਜਾਣਾ ਹੈ, ਜੇ ਚਿੱਟਾ ਦਾੜਾ ਹੀ ਸ਼ਰਾਬ ਨਾਲ ਭਿੱਜ ਗਿਆ, ਫਿਰ ਤੂੰ ਬਜ਼ੁਰਗ ਕਹਾਉਣ ਦਾ ਹੱਕਦਾਰ ਨਹੀਂ। ਬਾਪੂ ਤੂੰ ਵੀ ਫਿਰ ਨਿਆਣੀ, ਤੈਨੂੰ ਵੀ ਨਿਆਣਾ ਬਾਪੂ ਕਹਾਂਗੇ ਵੀ ਬਾਪੂ ਚਿੱਟਾ ਦਾੜਾ ਹੋ ਗਿਆ, ਬਜ਼ੁਰਗ ਹੋ ਗਿਆ, ਪਰ ਅਕਲ ਤੇਰੀ ਬੱਚਿਆਂ ਵਾਲੀ ਹੈ। ਬੋਲੋ ਸਤਨਾਮ। ਉਹ ਵੀ ਨਿਆਣਾ ਹੈ, ਉਹ ਵੀ ਨਿਆਣਾ ਹੀ ਹੈ। ਤਾਂ ਇਹ ਵੀ ਪੱਕਾ ਕਰ ਲਓ ਵੀ ਚਿੱਟਾ ਦਾੜਾ ਸ਼ਰਾਬ ਨਾਲ ਨਹੀਂ ਭੱਜਣਾ ਚਾਹੀਦਾ। ਬਜ਼ੁਰਗਾ ਤੂੰ ਵੀ ਹੁਣ ਮਾੜੀ ਜੀ ਸ਼ਰਮ ਮੰਨ। ਇਹ ਨਹੀਂ ਵੀ ਇਕੱਲੇ ਨੌਜਵਾਨਾਂ ਨੂੰ ਕਹੀ ਚੱਲੀਏ, ਵਿੱਚੋਂ ਗੱਲ ਆ ਗਈ ਤਾਂ ਚੱਲ। ਇੱਕ ਥਾਂ ਤੇ ਕੀ ਹੋਇਆ, ਮੈਂ ਨੌਜਵਾਨਾਂ ਨੂੰ ਹੀ ਕਹੀ ਗਿਆ, ਕਾਫੀ ਦੀਵਾਨ ਲੱਗ ਗਿਆ, ਮਗਰ ਮੇਰੇ ਕੋਲ ਨੌਜਵਾਨ ਇਕੱਠੇ ਹੋ ਕੇ ਆ ਗਏ। ਇਹ ਜਾਨੀ ਕਿ ਤੁਹਾਨੂੰ ਦੱਸਾਂ, ਇਹ ਇੱਥੇ ਪਿੰਡ ਸੀ, ਕਾਲੇ ਕੇ ਪਿੰਡ ਸੀ, ਕਾਫੀ ਸਮਾਂ ਪਹਿਲਾਂ ਦੀ ਗੱਲ ਹੈ, ਬਾਗੇ ਪੁਰਾਣੇ ਕੋਲੇ। ਇਕੱਠੇ ਹੋ ਕੇ ਆ ਕੇ ਕਹਿੰਦੇ ਭਾਈ ਸਾਹਿਬ ਇੱਕ ਗੱਲ ਕਹਿਣੀ ਸੀ। ਮੈਂ ਕਿਹਾ ਕਹਿ ਲਓ। ਮੈਂ ਅੰਦਾਜ਼ਾ ਜਿਹਾ ਲਾਇਆ ਵੀ ਅੱਜ ਜਵਾਨੀ ਤੇ ਕਾਫੀ ਗੱਲਾਂ ਹੋਈਆਂ, ਕੀ ਹੈ ਕੋਈ ਨਾਰਾਜ਼ਗੀ ਹੋਵੇ। ਮੈਂ ਕਿਹਾ ਵੀ ਹਾਂ ਵੀ ਦੱਸੋ, ਨੌਜਵਾਨ ਨੂੰ ਕਹੋ।
ਕਹਿੰਦੇ ਜਿਹੜੀਆਂ ਅੱਜ ਗੱਲਾਂ ਜਵਾਨੀ ਦੀਆਂ ਹੋਈਆਂ ਸਾਨੂੰ ਬਹੁਤ ਵਧੀਆ ਲੱਗੀਆਂ, ਸਾਡੇ 'ਚ ਜਾਗ ਆਊ, ਬਹੁਤ ਧੰਨਵਾਦ। ਮੈਨੂੰ ਖੁਸ਼ੀ ਹੋਈ, ਮੈਂ ਕਿਹਾ ਸ਼ਾਇਦ ਕਿਤੇ ਕੋਈ ਕਿਸੇ ਨਾ ਫਿੱਟ ਆਈ ਹੋਵੇ। ਕਹਿੰਦੇ ਪਰ ਇੱਕ ਗੱਲ ਕਹਿਣੀ ਹੈ। ਮੈਂ ਕਿਹਾ ਉਹ ਵੀ ਕਹਿ ਲਓ। ਕਹਿੰਦੇ ਜਵਾਨੀ ਨੂੰ ਤੁਸੀਂ ਕਹਿਤਾ ਠੀਕ ਹੈ, ਕਹਿੰਦਾ ਜਿਹੜੇ ਬੁੜੇ ਵਿਗੜੇ ਹੋਏ ਆ ਉਹਨਾਂ ਨੂੰ ਕੌਣ ਸੁਧਾਰੂਗਾ? ਬੋਲੋ ਸਤਨਾਮ। ਮੈਂ ਕਿਹਾ ਭਾਈ ਜਵਾਨੋ ਤੁਹਾਡੀ ਗੱਲ ਸੱਚੀ ਹੈ। ਦੋ ਤਿੰਨ ਨੇ ਦੱਸਿਆ, ਕਹਿੰਦੇ ਸਾਡਾ ਬਾਪੂ ਵੀ ਜਾਣੇ, ਦੂਜੇ ਨੇ ਦੱਸਿਆ ਸਾਡਾ ਬਾਪੂ ਵੀ ਜਾਣੇ ਠੇਕੇ ਨੂੰ। ਮੈਂ ਕਿਹਾ ਭਾਈ ਉਹ ਵੀ ਫਿਰ ਅਸੀਂ ਕਿਹਾ ਕਰਾਂਗੇ ਹੁਣ। ਇਸ ਕਰਕੇ ਪ੍ਰਚਾਰਕ ਹੋਣ ਦੇ ਨਾਤੇ ਮੈਂ ਹੁਣ ਬਜ਼ੁਰਗਾਂ ਨੂੰ ਵੀ ਕਹਿ ਦਿੰਦਾ ਵੀ ਬਾਪੂ ਤੂੰ ਵੀ ਸਿਆਣਾ ਬਣ ਜਾ। ਬੋਲੋ ਸਤਨਾਮ। ਗੱਲ ਸੱਚੀ ਹੈ ਵੀ ਕਹਿੰਦੇ ਨੌਜਵਾਨ ਨਹੀਂ ਕਿ ਤਾਂ ਬੁੜੇ ਹੀ ਵਿਗੜੇ ਹੋਏ ਆ। ਸੱਚ ਜਾਣੋ ਤੁਸੀਂ। ਇੱਕ ਮੈਨੂੰ ਫੋਟੋਗ੍ਰਾਫਰ ਨੇ ਦੱਸਿਆ, ਕਿਸੇ ਵਿਆਹ 'ਚ ਗਿਆ ਸੀ, ਚਲੋ ਉਹ ਨਿੱਜੀ ਜਾਣੀ ਕਿ ਉਹ ਨਾਂ ਨਹੀਂ ਮੈਂ ਲੈਂਦਾ, ਉਹਨੇ ਦੱਸਿਆ ਕਹਿੰਦਾ ਭਾਈ ਸਾਹਿਬ ਵਿਆਹ 'ਚ ਗਿਆ ਕੱਲ ਤਾਂ ਕਹਿੰਦੇ ਇੱਕ ਜਮਾ ਕਹਿੰਦੇ ਸ਼ਰਮ ਹੀ ਲਾਤੀ ਗਈਆਂ ਨੇ। ਤਾਂ ਉਹ ਦੱਸਿਆ ਕਿ ਮਿਲ ਪੈਂਦਾ ਨਾ, ਫੋਟੋਗ੍ਰਾਫਰ ਨੂੰ ਮਿਲਦੇ ਰਹਿੰਦੇ ਨੇ। ਤਾਂ ਮੂਵੀ ਵਾਲਾ ਭਾਈ ਜਾਣ ਕੇ ਆਪਣੇ ਦੁਕਾਨਾਂ 'ਚ ਵੀ ਆਉਂਦਾ ਰਹਿੰਦਾ ਕਦੇ। ਮੈਂ ਕੀ ਕਹਿੰਦਾ ਜੀ ਕੱਲ ਤਾਂ ਕਹਿੰਦੇ ਨਾ ਇੱਕ ਵਿਆਹ ਦੇ ਵਿੱਚ ਗਿਆ ਮੂਵੀ ਬਣਾਉਣ, ਕਹਿੰਦੇ ਬਜ਼ੁਰਗਾਂ ਨੇ ਵੀ ਕਹਿੰਦੇ ਸ਼ਰਾਬ ਪੀਤੀ, ਚਿੱਟੇ ਦਾੜਿਆਂ ਵਾਲੇ, ਕਹਿੰਦੇ ਸਟੇਜ ਤੇ ਲਾਤਾ। ਉਹਨੇ ਦੱਸਿਆ ਮੈਨੂੰ ਗਾਣਾ, ਕਹਿੰਦੇ ਸ਼ਰਾਬ ਪੀਤੀ ਹੋਈ ਬਜ਼ੁਰਗਾਂ ਦੀ, ਕਹਿੰਦੇ ਬਾਂਦਰ ਟਪੂਸੀਆਂ ਮਾਰਨ, ਕਹਿੰਦੇ ਗਾਣਾ ਲੱਗਿਆ, ਬਹਿ ਕੇ ਦੇਖ ਜਵਾਨਾਂ ਬੁੱਢੇ ਭੰਗੜਾ ਪਾਉਂਦੇ ਆ। ਉਹ ਮੈਨੂੰ ਦੱਸਿਆ ਉਸਨੇ, ਕਹਿੰਦੇ ਟੱਪਣ ਚਿੱਟਿਆਂ ਦਾੜੇ, ਕਹਿੰਦੇ ਲਾਲਾਂ ਡਿੱਗਣ, ਕਹਿੰਦੇ ਸ਼ਰਾਬ ਪੀਤੀ ਦੀਆਂ, ਕਹਿੰਦੇ ਕਹੇ ਤਾਂ ਵਿੱਚੋਂ ਦਿਖਾ ਦੇਣਾ ਮੂਵੀ। ਮੈਂ ਕਿਹਾ ਚੱਲ ਮੈਂ ਤਾਂ ਕੀ ਦੇਖਣੀ ਹੈ। ਮੈਨੂੰ ਫੋਟੋਗ੍ਰਾਫਰ ਨੇ ਦੱਸਿਆ ਕਹਿੰਦੇ ਚਿੱਟੇ ਦਾਣੇ ਦਿਖਾਵਾਂ ਟੱਕ, ਤੁਸੀਂ ਕੱਲੇ ਨੌਜਵਾਨਾਂ ਨੂੰ ਕਹੀ ਜਾਂਦੇ। ਉਹਨੇ ਵੀ ਇਹੀ ਕਿਹਾ ਫਿਰ ਮੈਨੂੰ, ਕਹਿੰਦੇ ਕੱਲੇ ਜਵਾਨੀ ਨੂੰ ਕਹੀ ਜਾਂਦੇ, ਤੈਨੂੰ ਆ ਜਾ ਤੈਨੂੰ ਦਿਖਾਵਾਂ ਚਿੱਟੇ ਦਾੜਿਆਂ ਵਾਲੇ ਬਾਬੇ ਟੱਪਦੇ, ਸ਼ਰਾਬਾਂ ਪੀ ਕੇ ਆ ਜਾ ਤੈਨੂੰ ਟੱਪਦੇ ਦਿਖਾਵਾਂ। ਚਲੋ ਇਸ ਕਰਕੇ ਵਿਸ਼ਾ ਤਾਂ ਜਵਾਨੀ ਦਾ ਸੀ। ਚਲੋ ਨਾਲ ਮੈਂ ਬਜ਼ੁਰਗਾਂ ਨੂੰ ਵੀ ਕਹਿਤਾ, ਸਤਿਕਾਰ ਹੈ ਬਜ਼ੁਰਗਾਂ ਦਾ, ਕੋਈ ਸ਼ੱਕ ਨਹੀਂ। ਪਰ ਜੇ ਬਜ਼ੁਰਗ ਆਪਣੀ ਬਜ਼ੁਰਗੀ ਨੂੰ ਸੰਭਾਲੇ ਫਿਰ ਸਤਿਕਾਰ ਹੈ। ਚਲੋ ਏਦਾਂ ਆਜੋ ਆਪਾਂ ਹੁਣ ਗੱਲ ਚੱਲੀ ਸੀ ਉਸੇ ਵਿਸ਼ੇ ਤੇ ਚੱਲੀਏ, ਕਿਉਂਕਿ ਆਪਾਂ ਪਹਿਲੀ ਪੰਕਤੀ ਤੇ ਵਿਚਾਰ ਕਰ ਰਹੇ ਹਾਂ ਵੀ ਕਿਤੇ ਅੰਦਰ ਨਿਮਰਤਾ ਗਰੀਬੀ ਆ ਜਾਵੇ, ਤੇ ਨਹੀਂ ਤਾਂ ਹੰਕਾਰ 'ਚ ਮਰ ਜਾਂਦੇ ਆ। ਕੋਈ ਰਾਜ ਦੇ ਹੰਕਾਰ 'ਚ ਮਰ ਜਾਂਦਾ, ਕੋਈ ਜਵਾਨੀ ਦੇ ਹੰਕਾਰ 'ਚ ਮਰ ਜਾਂਦਾ।